ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਜੋ ਸ਼ਾਮ ਦੇ ਸਮੇਂ ਆਪਾਂ ਨੂੰ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਇਤਿਹਾਸ ਦੀ ਕਥਾ ਦਾ ਸਮਾਂ ਹੈ ਜੋ ਬਹੁਤ ਹੀ ਸਤਿਕਾਰਯੋਗ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਬੰਸ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਮਹਾਨ ਵਿਦਵਾਨ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਜਿਸ ਦੀ ਲੜੀਵਾਰ ਜੋ ਕਥਾ ਹੈ ਉਹ ਚੱਲ ਰਹੀ ਹੈ। ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ, ਆਪਣਾ ਜੀਵਨ ਸਫਲ ਕਰ ਰਹੇ ਹੋ। ਲੜੀ ਤਹਿਤ ਪੰਜਵੇਂ ਮਹੱਲੇ ਦੀ ਕਥਾ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੋ ਗੁਰਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ। ਵੱਖ-ਵੱਖ ਗੁਰਸਿੱਖਾਂ ਦੀ ਕਥਾ ਆਈ ਹੈ ਜਿਹਦੇ ਤਹਿਤ ਕੱਲ ਆਪਾਂ ਭਾਈ ਪੁਰੀਆ ਭਾਈ ਚੂਹੜ ਜਿਹੜੇ ਪਿੰਡ ਦੇ ਚੌਧਰੀ ਸਨ ਇਹ ਕਥਾ ਸਰਵਣ ਕੀਤੀ ਹੈ। ਮਹਾਰਾਜ ਦੇ ਚਰਨਾਂ ਵਿੱਚ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਕਿਰਪਾ ਕਰੋ, ਅਸੀਂ ਆ ਪਿੰਡ ਦੇ ਚੌਧਰੀ, ਸਾਨੂੰ ਝੂਠ ਬੋਲਣਾ ਪੈਂਦਾ ਹੈ ਤੇ ਮਹਾਰਾਜ ਸਾਡਾ ਭਲਾ ਕਿਵੇਂ ਹੋਵੇ। ਮਹਾਰਾਜ ਕਹਿੰਦੇ ਭਾਈ ਝੂਠ ਛੱਡੋ, ਝੂਠ ਦਾ ਸਭ ਤੋਂ ਵੱਡਾ ਪਾਪ ਹੈ। ਝੂਠ ਬੋਲਣ ਵਾਲੇ ਦੀ ਕਦੇ ਮੁਕਤੀ ਨਹੀਂ ਹੁੰਦੀ ਹੈ ਤੇ ਜਿਹੜਾ ਕਲਯੁਗ ਹੈ ਇਹਦਾ ਰਥਵਾਹੀ ਵੀ ਝੂਠ ਹੀ ਬਣਿਆ ਹੋਇਆ ਹੈ। ਇਸ ਕਰਕੇ ਝੂਠ ਤਾਂ ਵਿਸ਼ੇ ਵਿਕਾਰਾਂ ਦੀ ਰਾਜਧਾਨੀ ਹੈ। ਇਸ ਤਰ੍ਹਾਂ ਦੇ ਸਤਿਗੁਰਾਂ ਨੇ ਬਚਨ ਕਹੇ
ਕਿ ਗੁਰੂ ਕਾ ਸਿੱਖ ਕਦੇ ਭੁੱਲ ਕੇ ਵੀ ਭਾਈ ਝੂਠ ਨਹੀਂ ਬੋਲਦਾ ਹੈ। ਦੁੱਖ ਤੇ ਸਹਿ ਲੈਂਦਾ ਹੈ ਪਰ ਝੂਠ ਨਹੀਂ ਬੋਲਦਾ। ਕਹਿਣ ਲੱਗੇ ਮਹਾਰਾਜ ਵੀ ਝੂਠ ਬਿਨਾਂ ਸਾਡਾ ਸਰਦਾ ਨਹੀਂ। ਭਾਈ ਪੁਰੀਆ ਭਾਈ ਚੂਹੜ ਕਹਿੰਦੇ ਵੀ ਅਸੀਂ ਤਾਂ ਪਿੰਡ ਦੇ ਚੌਧਰੀਆਂ, ਝੂਠ ਬੋਲਣਾ ਪੈਂਦਾ ਜੀ, ਝੂਠ ਤਾਂ ਹੀ ਛੱਡ ਨਹੀਂ ਸਕਦੇ। ਮਹਾਰਾਜ ਕਹਿੰਦੇ ਚੰਗਾ ਫਿਰ ਇਉਂ ਕਰੋ, ਨਗਰ ਦੇ ਵਿੱਚ ਧਰਮਸਾਲ ਬਣਵਾਓ ਔਰ ਉੱਥੇ ਸਵੇਰੇ ਸ਼ਾਮ ਹਾਜ਼ਰੀ ਭਰਨੀ ਹੈ। ਗੁਰਸਿੱਖ ਕੋਈ ਪ੍ਰੇਮ ਵਾਲਾ ਲਿਜਾ ਕਰਕੇ ਕਥਾ ਸੁਣੋ, ਕੀਰਤਨ ਸੁਣੋ। ਇੱਕ ਕੰਮ ਕਰਨਾ ਹੈ, ਜਿੰਨਾ ਦਿਹਾੜੀ ਵਿੱਚ ਝੂਠ ਬੋਲੋ ਉਹ ਵੀ ਲਿਖਣਾ, ਜਿਹੜੇ ਪੁੰਨ ਕਰੋ ਉਹ ਵੀ ਲਿਖਣੇ ਹੈ। ਧਰਮਸਾਲ ਵਿੱਚ ਸਾਰੇ ਲਿਖਵਾਉਣੇ ਆ ਤੇ ਫਿਰ ਮਹੀਨੇ ਬਾਅਦ ਸਾਰਿਆਂ ਦਾ ਜੋੜ ਕਰਕੇ ਸਾਡੇ ਕੋਲੇ ਆਇਆ ਕਰੋ। ਇੱਥੇ ਸੰਗਤ ਵਿੱਚ ਦੱਸਿਆ ਕਰੋ ਕਿ ਇੱਕ ਮਹੀਨੇ ਵਿੱਚ ਇੰਨੇ ਹਜ਼ਾਰਾਂ ਵਾਰੀ ਝੂਠ ਬੋਲਿਆ, ਇੰਨੇ ਪੁੰਨ ਕੀਤੇ। ਇਉਂ ਭਾਈ ਜਦੋਂ ਲਿਖਵਾਉਣ ਲੱਗੇ ਰੋਜ਼ ਸ਼ਰਮ ਆਇਆ ਕਰੇ ਲਿਖਵਾਉਂਦਿਆਂ ਨੂੰ। ਰੋਜ਼ ਦੀ ਰੋਜ਼ ਝੂਠ ਘਟਦਾ ਗਿਆ ਵੀ ਜਦੋਂ ਮਹੀਨੇ ਬਾਅਦ ਮਹਾਰਾਜ ਕੋਲ ਆਇਆ ਕਰਨ, ਇੱਥੇ ਦੱਸਿਆ ਕਰਨ ਇੰਨੇ ਵਾਰੀ, ਇੰਨੇ ਹਜ਼ਾਰਾਂ ਵਾਰੀ ਝੂਠ ਬੋਲਿਆ ਮਹੀਨੇ ਵਿੱਚ, ਸੰਗ ਆਵੇ। ਇਉਂ ਘਟਦਾ 6 ਮਹੀਨਿਆਂ ਵਿੱਚ ਉਹਨਾਂ ਨੇ ਝੂਠ ਬੋਲਣਾ ਛੱਡ ਦਿੱਤਾ। ਚੌਧਰ ਰਹੇ ਚਾਹੇ ਨਾ ਰਹੇ ਪਰ ਝੂਠ ਨਹੀਂ ਬੋਲਣਾ ਹੈ। ਤਾਂ ਸਤਿਗੁਰੂ ਦੀ ਕਿਰਪਾ ਹੋਈ, ਗੁਰੂ ਮਹਾਰਾਜ ਦੇ ਦਰ ਘਰ ਦੇ ਪ੍ਰੇਮੀ ਬਣ ਕੇ ਸੇਵਾ ਕਰਨ ਲੱਗੇ। ਇਸ ਤਰ੍ਹਾਂ ਉਹਨਾਂ ਦਾ ਭਲਾ ਹੋ ਗਿਆ। ਫਿਰ ਜਿਹੜਾ ਦਿੱਲੀ ਪਤੀ ਦਾ ਵਜ਼ੀਰ ਸੀ, ਵਜ਼ੀਰ ਖਾਂ, ਉਹਦਾ ਜਲੋਦਰ ਦਾ ਰੋਗ ਠੀਕ ਕੀਤਾ। ਗੁਰੂ ਸਾਹਿਬ ਦੀ ਕਿਰਪਾ ਹੋਈ। ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਝਾਂਜ, ਭਾਈ ਮੁਕੰਦਾ, ਭਾਈ ਕਦਾਰਾ ਜੀ, ਉਹ ਮਹਾਰਾਜ ਦੇ ਚਰਨਾਂ ਚ ਆਏ। ਸਤਿਗੁਰਾਂ ਨੇ ਉਹਨਾਂ ਨੂੰ ਬਚਨ ਕੀਤਾ, ਭਾਈ ਕੀਰਤਨ ਕਰਿਆ ਕਰੋ, ਕਥਾ ਕੀਰਤਨ ਪਾਠ। ਕਹਿੰਦੇ ਮਹਾਰਾਜ ਵੀ ਇਹਦਾ ਫਲ ਦੱਸੋ। ਸਤਿਗੁਰੂ ਕਹਿੰਦੇ ਭਾਈ ਪਾਠ ਖੂਹ ਦੀ ਖੇਤੀ ਵਾਂਗ ਹੈ। ਜਿਵੇਂ ਖੂਹ ਵਾਲਾ ਆਪਣੀ ਖੇਤੀ ਸਿੰਜ ਲੈਂਦਾ, ਆਂਢ ਗੁਆਂਢ ਸਿੰਜ ਜਾਂਦਾ, ਇਸੇ ਤਰ੍ਹਾਂ ਬਾਣੀ ਪੜ੍ਹਨ ਸੁਣਨ ਨਾਲ ਉਹਨਾਂ ਭਲਾ ਹੋ ਜਾਂਦਾ ਹੈ ਪਰ ਸਾਰੀ ਖੇਤੀ ਨਹੀਂ ਸਿੰਜ ਸਕਦਾ। ਕੀਰਤਨ ਉਹ ਮੀਂਹ ਹੈ ਜਿਹੜਾ ਸ਼ਰਾਟੇ ਨਾਲ ਪੈ ਗਿਆ। ਉਹਦੇ ਨਾਲ ਇਹ ਹੁੰਦਾ ਹੈ ਕਿ ਪਾਣੀ ਇੱਕਦਮ ਆਇਆ ਰੁੜ ਕੇ ਚਲਿਆ ਜਾਂਦਾ ਹੈ, ਇੱਕ ਵਾਰੀ ਸਾਰੀ ਸਫਾਈ ਕਰ ਦਿੰਦਾ ਹੈ। ਕਥਾ ਜੋ ਹੈ ਇਹ ਝੜੀ ਦਾ ਮੀਂਹ ਹੈ, ਜਿੱਥੇ ਬੂੰਦ ਡਿੱਗੀ ਉੱਥੇ ਹੀ ਧਰਤੀ ਵਿੱਚ ਸਮਾ ਜਾਂਦੀ ਹੈ। ਸਾਹਿਬ ਜੀ ਕਹਿੰਦੇ ਕਥਾ ਤੇ ਕੀਰਤਨ ਅਗਰ ਦੋਨੋਂ ਇਕੱਠੇ ਹੋ ਜਾਣ, ਇਹਦੇ ਵਰਗੀ ਕੋਈ ਰੀਸ ਨਹੀਂ ਹੈ। ਇਉਂ ਸਤਿਗੁਰੂ ਦੀ ਕਿਰਪਾ ਹੋਈ। ਫਿਰ ਜਿੰਨੇ ਗੁਰਸਿੱਖ ਸੀ ਕਥਾ ਕੀਰਤਨ ਨਾਲ ਜੁੜ ਗਏ। ਤੇ ਸਭ ਤੋਂ ਵੱਡੀ ਬਾਤ ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਕੀਰਤਨ ਪਿਤਾ ਰੂਪ ਜਾਣੋ ਤੇ ਕਥਾ ਮਾਂ ਰੂਪ ਜਾਣੋ। ਕਹਿੰਦੇ ਜੀ ਫਿਰ ਪੁੱਤਰ ਵੀ ਹੁੰਦਾ ਹੈ। ਸਤਿਗੁਰੂ ਕਹਿੰਦੇ ਉਹ ਹੈ ਪ੍ਰੇਮ। ਮਾਤਾ ਪਿਤਾ ਜਿਵੇਂ ਪੁੱਤਰ ਬਿਨਾਂ ਨਹੀਂ ਸੋਭਦੇ, ਇਸੇ ਤਰ੍ਹਾਂ ਚਾਹੇ ਕੀਰਤਨ ਹੈ ਚਾਹੇ ਭਾਈ ਕਥਾ ਹੈ, ਉਹ ਪ੍ਰੇਮ ਬਿਨਾਂ ਸੋਭਾ ਨਹੀਂ ਪਾਉਂਦੀ। ਜੇ ਅੰਦਰ ਪ੍ਰੇਮ ਨਹੀਂ ਹੈ ਫਿਰ ਸੋਭਦਾ ਨਹੀਂ। ਸਤਿਗੁਰੂ ਨੇ ਇਸੇ ਤਰ੍ਹਾਂ ਹੀ ਭਾਈ ਪੈੜਾ ਤੇ ਭਾਈ ਜੇਠਾ ਸੇਠੀ ਇਹਨਾਂ ਨੂੰ ਵੀ ਉਪਦੇਸ਼ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਧਰਮ ਦੀ ਕਿਰਤ ਕਰਦੇ ਆ, ਕਹਿੰਦੇ ਜੀ ਸਾਨੂੰ ਬ੍ਰਾਹਮਣ ਕਹਿੰਦੇ ਵੀ ਤੁਸੀਂ ਤਾਂ ਹਿੰਸਾ ਕਰਦੇ ਹੋ। ਜਿਹੜੇ ਪੰਜ ਕਰਮ ਹੈ ਦੇਖੋ, ਅਸੀਂ ਆਪ ਕੁੱਟਣੇ, ਦਾਣੇ ਪੀਸਣੇ, ਉਖਲੀ ਕੁੱਟ ਕੇ ਫਿਰ ਝਾੜੂ ਮਾਰਦੇ ਆ, ਫਿਰ ਲੇਪਨ ਪੋਚਨ ਕਰਦੇ ਆ, ਫਿਰ ਚੁੱਲ੍ਹੇ ਵਿੱਚ ਜਿਹੜੀ ਅਰਨੀ ਆਦਿਕ ਪਾਵ ਅਗਨੀ ਜਾਲਦੇ ਆ ਲੱਕੜਾਂ ਪਾ ਕੇ। ਤੇ ਇਸ ਕਰਕੇ ਅਗਨ ਅਹੂਤੀਆਂ ਦਿੰਦੇ ਹਾਂ। ਇਉਂ ਅਸੀਂ ਪੰਜੇ ਕਰਦੇ ਆ ਅਗਨ ਅਹੂਤੀਆਂ ਤੇ ਦੋਸ਼ ਜਿਹੜਾ ਨਿਵਰਤ ਕਰ ਲੈਂਦੇ ਆ, ਫੇਰ ਭੋਜਨ ਛਕਦੇ ਆ। ਤੁਸੀਂ ਇਹੋ ਜਿਹਾ ਕੁਛ ਕਰਦੇ ਹੀ ਨਹੀਂ, ਇਹਦਾ ਤੁਸੀਂ ਪਾਪ ਕਰਦੇ ਹੋ।
ਮਹਾਰਾਜ ਕਹਿਣ ਲੱਗੇ, ਭਾਈ ਇਹ ਭਰਮ ਹੈ। ਅਸਲ ਵਿੱਚ ਪਵਿੱਤਰ ਭੋਜਨ ਉਹ ਹੁੰਦਾ ਜਿਹੜਾ ਪਹਿਲਾਂ ਗੁਰਸਿੱਖਾਂ ਨੂੰ ਛਕਾ ਕੇ ਫਿਰ ਜੋ ਬਾਅਦ ਵਿੱਚ ਤੁਸੀਂ ਛਕਦੇ ਹੋ ਤੇ ਪਰਮੇਸ਼ਰ ਦਾ ਨਾਮ ਜਪਦੇ ਹੋਏ ਤਿਆਰ ਕਰਦੇ ਹੋ, ਗੁਰਸਿੱਖਾਂ ਨੂੰ ਛਕਾਉਂਦੇ ਹੋ, ਬਾਅਦ ਵਿੱਚ ਆਪ ਸਕਦੇ ਹੋ। ਇਹਦੇ ਨਾਲ ਹੀ ਸਮਝੋ ਵੀ ਆਹਾਰ ਜਿਹੜਾ ਹੈ ਉਹ ਪਾਵਨ ਹੋ ਜਾਂਦਾ ਹੈ। ਤੇ ਜਿਹੜਾ ਅਗਨ ਦੇਵਤਾ ਹੈ ਉਹ ਤਾਂ ਸਾਡੇ ਬਦਨ ਮੁਖ ਦੇ ਵਿੱਚ ਹੈ। ਜਿਹੜਾ ਨਾਰਾਇਣ ਚੇਤਨ ਉਹ ਸਾਰਿਆਂ ਦੇ ਵਿੱਚ ਹੀ ਹੈ। ਸੂਰਜ ਜਿਹੜਾ ਹੈ ਉਹ ਸਭ ਦੀਆਂ ਅੱਖਾਂ ਵਿੱਚ ਹੈ। ਤੇ ਜਿਹੜਾ ਭਾਈ ਬੀਚ ਨਾਸਕਾ ਅਸਨ ਕੁਮਾਰਾ, ਇਸ ਤਰ੍ਹਾਂ ਦਾ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ। ਆਓ ਆਪਾਂ ਇੱਥੋਂ ਹੀ ਭਾਈ ਪੈੜਾ ਜਾਤ ਚੰਡਾਲੀਆ ਜੇਠਾ ਸੇਠੀ ਜਾਨ ਤੋਂ ਹੀ ਅੱਗੇ ਪ੍ਰੇਮ ਤੇ ਸਤਿਕਾਰ ਦੇ ਨਾਲ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਪੈੜਾ ਜਾਤ ਚੰਡਾਲੀਆ ਜੇਠਾ ਸੇਠੀ ਜਾਨ। ਭਾਈ ਪੈੜਾ ਜੀ ਚੰਡਾਲੀਆ ਜਾਤ ਦੇ ਸਨ। ਭਾਈ ਜੇਠਾ ਜੀ ਉਹ ਸੇਠੀ ਇਉਂ ਜਾਣ ਲਓ। ਸ੍ਰੀ ਅਰਜਨ ਕੀ ਸ਼ਰਨ ਤੱਕ ਬੰਧਨ ਕੀਨ ਸੁਜਾਨ। ਇਹਨਾਂ ਸੁਜਾਨ ਪੁਰਸ਼ਾਂ ਨੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਰਨ ਤੱਕੀ, ਮਹਾਰਾਜ ਦੇ ਚਰਨਾਂ ਚ ਆਏ, ਸਤਿਗੁਰੂ ਨੂੰ ਬੰਦਨਾ ਕੀਤੀ ਹੈ। ਚੌਪਈ ਹਿਮ ਆਪਣੀ ਅਰਦਾਸ ਬਖਾਨੀ। ਇਸ ਤਰ੍ਹਾਂ ਫਿਰ ਇਹਨਾਂ ਆਪਣੀ ਬੇਨਤੀ ਮਹਾਰਾਜ ਕੋਲ ਕਹੀ। ਰਾਵਰ ਕੀ ਬਾਣੀ ਹਮ ਮਾਨੀ। ਇਹ ਸਤਿਗੁਰੂ ਜੀ ਤੁਹਾਡੇ ਅਸੀਂ ਬਚਨਾਂ ਨੂੰ ਮੰਨਿਆ, ਜੋ ਸਾਨੂੰ ਤੁਸੀਂ ਉਪਦੇਸ਼ ਦਿੱਤਾ ਉਹ ਅਸੀਂ ਮੰਨਿਆ ਹੈ। ਧਰਮ ਕਿਰਤ ਤੇ ਕਰੈ ਕਮਾਈ। ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ ਭਾਈ ਧਰਮ ਦੀ ਕਿਰਤ ਕਰਨੀ ਹੈ, ਗੁਰਸਿੱਖਾਂ ਵਿੱਚ ਵੰਡ ਕੇ ਛਕਣਾ ਹੈ। ਕਹਿੰਦੇ ਮਹਾਰਾਜ ਧਰਮ ਕਿਰਤ ਕਮਾਈ ਕਰਦੇ ਹਾਂ, ਸਿੱਖਾਂ ਸਾਥ ਬਾਂਟ ਹਮ ਖਾਈ। ਤੇ ਗੁਰਸਿੱਖਾਂ ਨਾਲ ਵੰਡ ਕੇ ਫਿਰ ਅਸੀਂ ਛਕਦੇ ਹਾਂ। ਮਿਲ ਦਿਜ ਹਮ ਸੋ ਤਰਕ ਕਰਨ ਤੇ। ਜਿਹੜਾ ਦਿਜ ਬ੍ਰਾਹਮਣ ਹਨ ਉਹ ਜਦੋਂ ਮਿਲਦੇ ਨੇ ਉਹ ਮਹਾਰਾਜ ਸਾਡੇ ਤੇ ਤਰਕਾਂ ਕਰਦੇ ਆ ਵੀ ਤੁਸੀਂ ਆਪਦੇ ਆਪ ਨੂੰ ਧਰਮੀ ਕਹਾਉਂਦੇ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੱਖ ਕਹਾਉਂਦੇ ਹੋ, ਤੁਸੀਂ ਆਹ ਕਰਮ ਤਾਂ ਕਰਦੇ ਹੀ ਨਹੀਂ ਪਵਿੱਤਰਤਾ ਵਾਲਾ। ਕਹਿਣ ਲੱਗੇ ਮਹਾਰਾਜ ਇਉਂ ਤਰਕਾਂ ਕਰਦੇ ਹਨ। ਕਹਿ ਹਿੰਸਾ ਨਿਤ ਪੰਚ ਕਰੰਤੇ। ਉਹ ਕਹਿੰਦੇ ਵੀ ਤੁਸੀਂ ਰੋਜ਼ 5 ਹਿੰਸਾ ਕਰਦੇ ਹੋ। ਉਖਲੀ ਕੁੱਟਣ ਪੀਸਣ ਚਾਕੀ। ਉਖਲੀ ਕੁੱਟਣੀ, ਚੱਕੀ ਜੋ ਪੀਣੀ ਹੈ, ਵੱਢਣੀ ਫੇਰਨ ਲੇਪਨ ਤਾਕੀ। ਤੇ ਇਉਂ ਉਖਲੀ ਇੱਕ ਤਰ੍ਹਾਂ ਨਾਲ ਜ਼ਮੀਨ ਦੇ ਵਿੱਚ ਚੱਟੂ ਜਿਹਾ ਦੱਬ ਲੈਂਦੇ ਪਹਿਲੇ ਸਮਿਆਂ ਵਿੱਚ ਤੁਸੀਂ ਦੇਖਿਆ। ਫਿਰ ਇਹ ਕਹਿੰਦੇ ਵੀ ਵੱਢਣੀ ਫੇਰਨ, ਫਿਰ ਅਸੀਂ ਝਾੜੂ ਫੇਰਦੇ ਹਾਂ ਜੋ ਲੇਪਨ, ਫਿਰ ਉਸ ਜਗ੍ਹਾ ਨੂੰ ਲੇਪਨ ਕਰਦੇ ਹਾਂ। ਚੁੱਲ੍ਹੇ ਮਹਿ ਪਾਵਕ ਜੋ ਜਾਰਨ। ਫਿਰ ਜਿਹੜਾ ਚੁੱਲ੍ਹੇ ਦੇ ਵਿੱਚ ਲੱਕੜਾਂ ਜਾਲਦੇ, ਅਰ ਜਲ ਤੇ ਹੋਵੇ ਅੱਗ ਕਾਰਨ। ਤੇ ਜਦੋਂ ਫਿਰ ਇਹ ਅੱਗ ਜਲ ਪੈਂਦੀ ਹੈ ਤੇ ਤੁਸੀਂ ਕੋਈ ਵਿਧੀ ਕਰਦੇ ਹੀ ਨਹੀਂ, ਇਸ ਕਰਕੇ ਤਾਂ ਫਿਰ ਅੱਗ ਪਾਪ ਦਾ ਕਾਰਨ ਬਣਦੇ ਹਨ। ਅਗਨ ਆਹੂਤੀ ਪੰਚ ਹਮ ਦੇਵੈ। ਅਸੀਂ ਦੇਖੋ ਜਿਹੜੀਆਂ ਪਹਿਲਾਂ 5 ਆਹੂਤੀਆਂ ਦਿੰਦੇ ਆ ਅਗਨ ਦੇ ਵਿੱਚ, ਦੋਸ਼ ਨਿਵਾਰਨ ਸੋ ਕਰ ਲੇਵੈ। ਇਉਂ ਵੇਦ ਮੰਤਰ ਪੜ੍ਹ ਕੇ ਅਸੀਂ ਜਿਹੜੇ ਦੋਸ਼ ਨੇ ਉਹਨਾਂ ਨੂੰ ਨਿਵਰਤ ਕਰ ਲੈਂਦੇ ਹਾਂ, ਨਿਵਾਰਨ ਕਰ ਲੈਂਦੇ ਹਾਂ। ਪਿੱਛੇ ਪਾਵਨ ਭੋਜਨ ਕਰੈ।
ਕਹਿੰਦੇ ਮਹਾਰਾਜ ਜਿਉਂ ਬ੍ਰਾਹਮਣ ਕਹਿੰਦੇ ਨੇ ਵੀ ਬਾਅਦ ਵਿੱਚ ਫਿਰ ਅਸੀਂ ਪਵਿੱਤਰ ਹੋਇਆ ਵਾ ਭੋਜਨ ਜਿਹੜਾ ਹੈ ਉਹ ਛਕਦੇ ਹਾਂ। ਤੁਮ ਨਹਿ ਕਰੋ ਪੰਚ ਅਗ ਧਰੈ, ਤੇ ਤੁਸੀਂ ਤਾਂ ਇਹ ਕੁਝ ਕਰਦੇ ਨਹੀਂ, ਇਸ ਕਰਕੇ ਤੁਸੀਂ ਤਾਂ ਇਹ 5 ਤਰ੍ਹਾਂ ਦੇ ਪਾਪ ਹੀ ਧਾਰਨ ਕਰਦੇ ਹੋ। ਸ੍ਰੀ ਅਰਜਨ ਸੁਨ ਤਿਨ ਸਮਝਾਇਓ, ਕਿਉਂਕਿ ਪਹਿਲਾਂ ਰੀਤੀਆਂ ਹੁੰਦੀਆਂ ਸੀ ਕਿ ਜਿਹੜਾ ਅੰਨ ਹੈ ਇਹ ਵੀ ਅਖੇ ਹੱਤਿਆ, ਜਦੋਂ ਇਹਨੂੰ ਪੀਸਿਆ ਕੁੱਟਿਆ ਜਾਂਦਾ ਹੈ, ਪੀਸਿਆ ਜਾਂਦਾ ਹੈ। ਫਿਰ ਲੱਕੜਾਂ ਉਹ ਵੀ ਕਹਿੰਦੇ ਵੀ ਜਿਹੜਾ ਪਾਣੀ ਵਗੈਰਾ ਉਹਦੇ ਵਿੱਚ ਵੀ ਜੀ ਹੁੰਦੇ ਆ, ਲੱਕੜਾਂ ਜੀ ਹੁੰਦੇ ਆ, ਇਸ ਤਰ੍ਹਾਂ ਦੇ ਪਾਪ ਹੁੰਦੇ ਨੇ। ਅਸੀਂ ਤਾਂ ਕਹਿੰਦੇ 5 ਹੂਤੀਆਂ ਦੇ ਕੇ ਇਹ ਜਿਹੜੇ ਦੋਸ਼ ਨੇ ਇਹਨਾਂ ਨੂੰ ਨਿਵਰਤ ਕਰ ਦਿੰਦੇ ਆ, ਇਹਨਾਂ ਨੂੰ ਲਾਹ ਦਿੰਦੇ ਆ ਪਾਪਾਂ ਨੂੰ, ਫਿਰ ਭੋਜਨ ਛਕਦੇ ਆ, ਫਿਰ ਭੋਜਨ ਪਵਿੱਤਰ ਹੁੰਦਾ ਹੈ। ਤੁਸੀਂ ਇਹ ਕੁਝ ਕਰਦੇ ਨਹੀਂ, ਇਸ ਕਰਕੇ ਤੁਸੀਂ ਤੇ ਪਾਪ ਕਰ ਰਹੇ ਹੋ। ਸ੍ਰੀ ਅਰਜਨ ਸੁਨ ਤਿਨ ਸਮਝਾਇਓ, ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਸੁਣ ਕਰਕੇ ਫਿਰ ਇਹਨਾਂ ਨੂੰ ਸਮਝਾਇਆ ਹੈ। ਜੋ ਆਹਾਰ ਤੁਮ ਸਿੱਖਨ ਖਵਾਇਓ, ਜੋ ਭਾਈ ਤੁਸੀਂ ਆਹਾਰ ਹੈ ਗੁਰਸਿੱਖਾਂ ਨੂੰ ਛਕਾਉਂਦੇ ਹੋ। ਵਾਹਿਗੁਰੂ ਕੋ ਨਾਮ ਪਨੰਤੇ, ਮਹਾਰਾਜ ਕਹਿੰਦੇ ਜਦੋਂ ਤੁਸੀਂ ਵਾਹਿਗੁਰੂ ਦਾ ਨਾਮ ਮੁੱਖੋਂ ਲੈਂਦੇ ਹੋ, ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ ਭਾਵ ਆਹਾਰ ਤਿਆਰ ਕਰਦੇ ਆ, ਛਕਾਉਂਦੇ ਆ। ਜਿਵੇਂ ਹੁਣ ਵਰਤਾਉਣ ਮੌਕੇ ਵੀ ਇਹ ਨਾਲ ਸ਼ਬਦ ਵਰਤੇ, ਵਾਹਿਗੁਰੂ ਪ੍ਰਸ਼ਾਦਾ, ਵਾਹਿਗੁਰੂ ਦਾਲਾ, ਇਹ ਜ਼ਰੂਰੀ ਹੈ ਵਾਹਿਗੁਰੂ ਸ਼ਬਦ ਬੋਲਣਾ। ਕਿਉਂਕਿ ਜਿਹੜਾ ਇਹ ਜਾਣੋ ਵੀ ਜਿਵੇਂ ਬ੍ਰਾਹਮਣ ਕਹਿੰਦੇ ਅਗਨ ਦੇਵਤੇ ਨੂੰ ਪ੍ਰਸੰਨ ਕਰਨਾ ਹੈ, ਮਹਾਰਾਜ ਕਹਿੰਦੇ ਵੀ ਅਗਨ ਦੇਵਤਾ ਮੁੱਖ 'ਚ ਹੀ ਹੈ, ਉਹਦਾ ਵਾਸਾ ਕਿੱਥੇ? ਅਗਨੀ ਦਾ ਮੁੱਖ। ਜਦੋਂ ਮੁੱਖੋਂ ਵਾਹਿਗੁਰੂ ਨਿਕਲਿਆ ਸਾਰੀ ਪ੍ਰਸੰਨ ਹੈ, ਜਦੋਂ ਪਰਮੇਸ਼ਰ ਦੀ ਪ੍ਰਸੰਨਤਾ ਹੋ ਗਈ। ਇਸ ਕਰਕੇ ਜਦੋਂ ਪ੍ਰਾਤਨ ਤੁਸੀਂ ਮਰਜ਼ਾਦਾ ਵੇਖੋ ਵਰਤਾਵਿਆਂ ਦਾ ਜਿਹੜਾ ਹੈ ਉਹ ਵਾਹਿਗੁਰੂ ਸ਼ਬਦ ਦਾਲਾ ਭਾਵੇਂ ਪ੍ਰਸ਼ਾਦਾ ਕੋਈ ਵੀ ਚੀਜ਼ ਵਰਤੋ ਨਾਲ ਵਾਹਿਗੁਰੂ ਕਹਿਣਾ। ਤੇ ਵਾਹਿਗੁਰੂ ਕੋ ਨਾਮ ਪਨੰਤੇ, ਜਦੋਂ ਭਾਈ ਤੁਸੀਂ ਗੁਰਸਿੱਖਾਂ ਨੂੰ ਸਿਖਾਉਂਦੇ ਹੋ ਤੇ ਵਾਹਿਗੁਰੂ ਦਾ ਨਾਮ ਜਪਦੇ, ਪਿੱਛੇ ਆਪ ਬੈਠ ਅਚਵੰਤੇ, ਪਿੱਛੋਂ ਆਪ ਬੈਠ ਕੇ ਛਕਦੇ ਹੋ, ਭਾਵ ਬਾਅਦ ਵਿੱਚ ਆਪ ਛਕਦੇ ਹੋ। ਇਸ ਤੇ ਪਾਵਨ ਹੋਤ ਆਹਾਰਾ, ਤੁਹਾਨੂੰ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਗੁਰਸਿੱਖੋ, ਇਹਦੇ ਨਾਲ ਹੀ ਜਿਹੜਾ ਆਹਾਰ ਹੈ ਭੋਜਨ ਹੈ ਉਹ ਪਵਿੱਤਰ ਹੋ ਜਾਂਦਾ ਹੈ। ਅਗਨ ਦੇਵਤਾ ਬਦਨ ਮਜਾਰਾ, ਕਿਉਂਕਿ ਜਿਹੜਾ ਅਗਨੀ ਦੇਵਤਾ ਹੈ ਭਾਵ ਅਗਨੀ ਦੇਵਤਾ ਦਾ ਉਹਦਾ ਜਿਹੜਾ ਵਾਸਾ ਹੈ ਉਹ ਮੁੱਖ ਦੇ ਵਿੱਚ ਹੈ, ਤੇ ਮੁੱਖੋਂ ਵਾਹਿਗੁਰੂ ਕਿਹਾ ਛਕਾਉਂਦਿਆਂ ਹੋਇਆਂ ਜਾਣੋ ਕਿ ਸਾਰਾ ਭੋਜਨ ਪਵਿੱਤਰ ਹੋ ਗਿਆ। ਨਾਰਾਇਣ ਚੇਤਨ ਸਭ ਮਾਹੀ, ਫਿਰ ਗੁਰਸਿੱਖੋ ਜੋ ਨਾਰਾਇਣ ਨਰਾਂ ਦਾ ਆਇਣ ਹੈ ਪਰਮਾਤਮਾ, ਨਾਰਾਇਣ ਦੋ ਸ਼ਬਦਾਂ ਦਾ ਜੋੜ ਨਰ ਆਇਣ, ਇਹਦੇ ਅਰਥ ਹੁੰਦੇ ਆ ਵੱਖਰੇ ਵੱਖਰੇ। ਜੇ ਤਾਂ ਨਾਰਾਇਣ ਪੜ੍ਹ ਲਿਆ, ਰਾਇਣ ਨਾਮ ਰੈਣ ਰਾਤ, ਨਾਰਾਇਣ ਜਿਹਦੇ ਵਿੱਚ ਰਾਤ ਨਹੀਂ ਹੈ, ਰਾਤ ਹੋ ਗਈ ਅਗਿਆਨਤਾ, ਜਿਸ ਵਿੱਚ ਅਗਿਆਨਤਾ ਨਹੀਂ ਪਰਮੇਸ਼ਰੋ ਨਾਰਾਇਣ। ਫਿਰ ਸ਼ਬਦ ਨੂੰ ਇਸ ਤਰ੍ਹਾਂ ਵੀ ਵੰਡ ਕਰ ਲਈ, ਨਰ ਆਇਣ, ਆਇਣ ਨਾਮ ਘਰ ਨਰਾਂ ਦਾ ਆਇਣ, ਘਰ ਭਾਵ ਮੁਖੀ, ਸਾਰੇ ਸਭ ਦਾ ਹੀ ਮੁਖੀ ਜੋ ਪਰਮੇਸ਼ਰ ਹੈ ਘਰ ਨਾਰਾਇਣ। ਚੇਤਨ ਸਭ ਮਾਹੀ, ਉਹ ਚੇਤਨ ਸਰੂਪ ਹੈ ਜੋ ਸਾਰਿਆਂ ਦੇ ਵਿੱਚ ਉਹਦੀ ਹੋਈ ਚੇਤਨਤਾ ਹੈ। ਸੂਰਜ ਸਭ ਤੇ ਦ੍ਰਿਗ ਮਹਿ ਆਹੀ, ਕਿਉਂਕਿ ਫਿਰ ਇਹ ਵੱਖਰੀ ਵੱਖਰੀ ਨੇ ਕਿ ਸੂਰਜ ਦੇਵਤੇ ਨੂੰ ਵੱਖ-ਵੱਖ ਆਹੂਤੀਆਂ 5 ਦਿੰਦੇ ਸਨ ਬ੍ਰਾਹਮਣ, ਅਗਨੀ ਦੇਵਤੇ ਨੂੰ, ਸੂਰਜ ਨੂੰ,
ਤੇ ਅਸਨ ਕੁਮਾਰ ਨੂੰ, ਇੱਕ ਦਿਸ਼ਾ ਪਾਲਕ ਦੇਵਤਾ ਸੀ ਉਹਨੂੰ, ਤੇ ਇਸ ਤਰ੍ਹਾਂ ਵਰਨ ਦੇਵਤੇ ਨੂੰ, ਇਹ ਸਾਰਿਆਂ ਨੂੰ ਵੱਖ-ਵੱਖ ਅਹੂਤੀਆਂ ਦਿੰਦੇ ਸਨ ਤੇ ਪ੍ਰਸੰਨ ਕਰਦੇ ਸੀ। ਗੁਰਸਿੱਖੀ ਵਿੱਚ ਮਹਾਰਾਜ ਨੇ ਕਿਹਾ ਤੁਹਾਨੂੰ ਆਏ ਕਿਸੇ ਇਹਨਾਂ ਦੀਆਂ ਅਹੂਤੀਆਂ ਦੇਣ ਦੀ ਜ਼ਰੂਰਤ ਨਹੀਂ। ਗੁਰਸਿੱਖੋ, ਗੁਰਸਿੱਖਾਂ ਵਾਸਤੇ ਪਹਿਲਾਂ ਪ੍ਰਸ਼ਾਦਾ, ਆਮ ਹੀ ਇਹ ਤਾਂ ਰੀਤੀ ਰਹੀ ਹੈ, ਇੱਕ ਜਾਂ ਦੋ ਪ੍ਰਸ਼ਾਦੇ ਪਹਿਲਾਂ ਗੁਰੂ ਕੇ ਸਿੱਖਾਂ ਨਿਮਿਤ ਕੱਢ ਦਿੱਤੇ ਜਾਂਦੇ, ਤੇ ਉਹ ਫਿਰ ਜਿਵੇਂ ਹੁਣ ਕੋਈ ਗੁਰੂ ਘਰ ਆ ਗਏ ਜਾਂ ਕਿਸੇ ਗੁਰਸਿੱਖ ਨੂੰ ਛਕਾ ਤੇ ਸਮਝੋ ਸਾਡਾ ਭੋਜਨ ਪਵਿੱਤਰ ਹੈ। ਪਰ ਇਸ ਗੱਲ ਦਾ ਖਿਆਲ ਇਹੀ ਹੈ ਕਿ ਜਦੋਂ ਸਤਿਗੁਰੂ ਦੇ ਦਰ ਤੇ ਆ ਗਏ ਉੱਥੇ ਤੇ ਕੋਈ ਆ ਕੇ ਭੁੱਖਾ ਛਕ ਲਿਆ, ਆਪਾਂ ਗੁਰੂ ਨਿਮਿਤ ਦੇ ਤੇ। ਵਰਨਾ ਪਹਿਲੇ ਸਮਿਆਂ ਵਿੱਚ ਗੁਰਸਿੱਖ ਲੰਘਦੇ ਕਰਦੇ ਹੁੰਦੇ ਸੀ, ਉਡੀਕਦੇ ਹੁੰਦੇ ਸੀ ਕੋਈ ਗੁਰਸਿੱਖ ਆਵੇ, ਕੋਈ ਸੰਤ ਮਹਾਤਮਾ ਸਾਧੂ ਬੰਦਗੀ ਵਾਲਾ, ਉਹਨੂੰ ਪਹਿਲਾਂ ਇਹ ਪ੍ਰਸ਼ਾਦੇ ਜਿਹੜੇ ਕੱਢ ਕੇ ਰੱਖੇ ਹੋਏ ਆ ਇਹ ਛਕਾ ਦਿੱਤੇ ਜਾਣ। ਮਹਾਰਾਜ ਕਹਿਣ ਲੱਗੇ ਵੀ ਇਉਂ ਜਾਣੋ ਕਿ ਇਹ ਵੱਖ-ਵੱਖ ਰੂਪ ਦੇ ਵਿੱਚ ਪ੍ਰਸੰਨ ਕਰਦੇ ਸੀ ਹੁਤੀਆਂ ਦੇ ਕੇ। ਸਾਹਿਬ ਜੀ ਕਹਿੰਦੇ ਗੁਰਸਿੱਖਾਂ ਨੂੰ ਜਿਹਨੇ ਛਕਾਤਾ ਉਹਦਾ ਭਾਈ ਭੋਜਨ ਪਵਿੱਤਰ ਹੈ। ਜੋ ਨਗਨ ਦੇਵਤਾ ਇਹ ਬਦਨ ਦੇ ਮੁਖ ਵਿੱਚ ਹੈ, ਨਾਰਾਇਣ ਚੇਤਨ ਸਭ ਮਾਹੀ, ਜੋ ਨਾਰਾਇਣ ਪ੍ਰਮਾਤਮਾ ਚੇਤਨ ਸਰੂਪ ਹੈ ਉਹ ਸਾਰਿਆਂ ਦੇ ਵਿੱਚ ਹੀ ਵਸਦਾ ਹੈ। ਸੂਰਜ ਸਭ ਤੇ ਦ੍ਰਿਗ ਮਹਿ ਆਹੀ। ਫਿਰ ਗੁਰਮੁਖੋ ਜਿਹੜਾ ਸੂਰਜ ਹੈ, ਸੂਰਜ ਜਿਹੜਾ ਹੈ ਇਹ ਜਾਣੋ ਕਿ ਸਾਰਿਆਂ ਦੇ ਅੱਖਾਂ ਦੇ ਵਿੱਚ ਜਿਵੇਂ ਰੌਸ਼ਨੀ ਹੈ, ਸੂਰਜ ਵੀ ਰੌਸ਼ਨੀ ਦਿੰਦਾ ਹੈ, ਇਉਂ ਜਾਣੋ ਪਰਮਾਤਮਾ ਹੀ ਸੂਰਜਵਤ ਵੀ ਹੈ। ਤੇ ਉਹ ਜਿਵੇਂ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਬਚਨ ਕਹੇ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਹੇ ਸੂਰਜਾਂ ਦੇ ਸੂਰਜ, ਇਉਂ ਅਨੇਕਾਂ ਸੂਰਜਾਂ ਨੂੰ ਵੀ ਪ੍ਰਕਾਸ਼ ਦੇਣ ਵਾਲਾ ਜੋ ਸਭ ਤੋਂ ਵੱਡਾ ਸੂਰਜ ਸਰੂਪ ਹੈ ਪਰਮੇਸ਼ਰ ਹੈ। ਜੋ ਚੰਦਰਮਾ ਦਾ ਵੀ ਚੰਦਰਮਾ ਹੈ, ਸਾਰੇ ਚੰਦਰਮਾ ਨੂੰ ਉਹੀ ਪ੍ਰਕਾਸ਼ ਦਾ ਹੈ। ਸੂਰਜ ਸਭ ਤੇ ਦ੍ਰਿਗ ਮਹਿ ਆਹੀ, ਸਾਰਿਆਂ ਦੇ ਦ੍ਰਿਗ ਨਾਮ ਅੱਖਾਂ ਦਾ ਹੈ, ਅੱਖਾਂ ਦੇ ਵਿੱਚ ਸੂਰਜ ਤੱਤ ਹੈ। ਇਹ ਅੱਡੋ ਅੱਡੀ ਤੱਤ ਨੇ ਜੋ ਪਰਮੇਸ਼ਰ ਹੀ ਸਾਰਿਆਂ ਦੇ ਨੇਤਰਾਂ ਵਿੱਚ ਦੀ ਵੇਖਦਾ। ਇਹ ਮਹਾਰਾਜ ਕਹਿੰਦੇ ਹੋ ਭਾਈ ਨੇਤਰਾਂ ਨਾਲ ਸਤਿਗੁਰੂ ਦੇ ਦਰਸ਼ਨ ਕਰਨੇ, ਮੁਖ ਨਾਲ ਬਾਣੀ ਪੜ੍ਹਨੀ। ਫਿਰ ਇਹ ਵੀ ਮੰਨਿਆ ਹੋਇਆ ਸੀ ਵੀ ਇੱਕ ਜਿਹੜਾ ਹੈ ਘੋੜਾ ਸੀ ਕੋਈ, ਪੁਰਾਣਾ ਵਿੱਚ ਲਿਖਿਆ, ਉਹਦੀਆਂ ਨਾਸਾਂ ਦੇ ਵਿੱਚੋਂ ਅਸਨੀ ਔਰ ਕੁਮਾਰ ਇਹ ਦੋ ਲੜਕੇ ਪੈਦਾ ਹੋਏ, ਇਹਨਾਂ ਦੀ ਵੀ ਅਹੂਤੀ ਦਿੰਦੇ ਹਨ। ਤੇ ਮਹਾਰਾਜ ਕਹਿੰਦੇ ਭਾਈ ਸੂਰਜ ਜਿਹੜਾ ਇਹ ਨੇਤਰਾਂ ਵਿੱਚ ਹੀ ਸਭ ਦੇ ਹੈ। ਬੀਚ ਨਾਸਕਾ ਅਸਨ ਕੁਮਾਰਾ, ਇਹ ਜਾਣੋ ਜੋ ਨਾਸਕਾ ਹਨ, ਨਾਸਕਾ ਦੇ ਵਿੱਚ ਅਸਨ ਕੁਮਾਰ, ਦੋਵੇਂ ਇਹਨਾਂ ਦਾ ਭਾਵ ਦੋ ਨੇ ਨਾਸਕਾ, ਦੋਹਾਂ ਦੇ ਵਿੱਚ ਹੀ ਉਹ ਵਸਦੇ ਆ। ਕਿ ਤੁਹਾਨੂੰ ਕੋਈ ਵਿਸ਼ੇਸ਼ ਅਹੂਤੀ ਦੇਣ ਦੀ ਲੋੜ ਨਹੀਂ। ਸਾਧ ਸੰਗਤ ਦੇ ਚਰਨਾਂ ਦੀ ਧੂੜੀ, ਗੁਰੂ ਦੇ ਉਪਦੇਸ਼ ਦੀ ਸੁਗੰਧੀ ਲੈ ਲਈ, ਇਹੀ ਜਾਣੋ ਕਿ ਤੁਹਾਡੀ ਅਹੂਤੀ ਹੈ। ਦਿਸ ਪਾਲਕ ਹੈ ਸ਼ਰਵਨ ਮਝਾਰਾ। ਫਿਰ ਇੱਕ ਗੁਰਮੁਖੋ ਦਿਸ਼ਾ ਪਾਲਕ ਹੋਇਆ ਦੇਵਤਾ, ਦਿਸ਼ਾ ਨੂੰ ਪਾਲਣ ਵਾਲਾ ਮੰਨਿਆ ਹੈ। ਉਹ ਮਹਾਰਾਜ ਕਹਿੰਦੇ ਭਾਈ ਸ਼ਰਵਨ, ਉਹ ਗੁਰਮੁਖੋ ਕੰਨਾਂ ਦੇ ਵਿੱਚ ਹੈ। ਇਸ ਕਰਕੇ ਜਦੋਂ ਸ਼ਬਦ ਪੜ੍ਹਨਾ ਕੰਨੀ ਸੁਣਦੇ ਹੋ, ਤੁਹਾਨੇ ਵਿੱਚ ਉਹ ਵੀ ਵਾਸਾ ਕਰਦਾ ਹੈ। ਰਸਨਾ ਬਿਖੈ ਬਰਨ ਕੋ ਬਾਸਾ। ਫਿਰ ਅੱਗੇ ਆ ਗਿਆ ਵਰਨ ਦੇਵਤਾ, ਵਰਨ ਹਵਾ ਨੂੰ ਕਹਿੰਦੇ ਆ, ਜਾਂ ਵਰਨ ਜਿਹੜਾ ਇਹ ਰਸਨਾ ਦੇ ਉੱਤੇ ਵਰਨ ਦਾ ਵਾਸਾ ਹੈ। ਰੋਮ ਬਨਾਸਪਤੀ ਲੱਖ ਰਾਸਾ। ਤੇ ਜਿਹੜੇ ਫਿਰ ਜਿੰਨੀ ਬਨਾਸਪਤੀ ਹੈ, ਇਹਦਾ ਇੱਕ ਇੱਕ ਪੱਤਾ ਜਦੋਂ ਤੋੜਿਆ ਸਾਰੇ ਤਰ੍ਹਾਂ ਦੀ ਬਨਸਪਤੀ ਦਾ,
ਤਾਂ ਜਦੋਂ ਤੋੜ ਕੇ ਇਹਦਾ ਭਾਰ ਜੋਖਿਆ ਨਾ, 8 ਮਣ ਦਾ ਇੱਕ ਭਾਰ ਹੁੰਦਾ ਹੈ। ਪੁਰਾਣੇ ਜਿਵੇਂ ਇਹਨੂੰ 18 ਭਾਰ ਬਨਸਪਤੀ ਲਿਖਿਆ, 18 ਭਾਰ ਲਿਖਿਆ ਨਾ ਬਨਸਪਤੀ। 18 ਭਾਰ ਦੇਖੋ ਕਿਵੇਂ ਬਣ ਗਏ। 18 ਨੂੰ ਅੱਗੇ 8 ਨਾਲ ਗੁਣਾ ਕਰ ਲਈਏ ਤੇ 19 ਮਣ ਬਣ ਜਾਂਦਾ ਹੈ। ਭਾਵ 8 ਮਣ ਦਾ ਇੱਕ ਭਾਰ ਹੈ। ਤੇ 18 ਭਾਰ ਬਨਸਪਤੀ ਕਿਵੇਂ ਹੈ? ਜਿੰਨੇ ਤਰ੍ਹਾਂ ਦੀ ਬਨਸਪਤੀ ਆ ਸਾਰਿਆਂ ਦਾ ਇੱਕ ਇੱਕ ਪੱਤਾ ਤੋੜ ਕੇ ਉਹਨਾਂ ਦਾ ਵਜਨ 18 ਭਾਰ ਹੋਇਆ। ਇਸ ਤਰ੍ਹਾਂ ਇਹ ਪੁਰਾਣੇ ਗ੍ਰੰਥਾਂ ਦੇ ਵਿੱਚ ਗੁਰਮੁਖੋ ਭਾਰ ਲਿਖਿਆ ਬਨਸਪਤੀ। ਜਿਵੇਂ ਆਮ 18 ਭਾਰ ਬਨਸਪਤੀ ਦਾ ਜ਼ਿਕਰ ਆਉਂਦਾ ਹੈ, ਉਹ ਇਸ ਤਰ੍ਹਾਂ ਤੋਲੀ ਜਾਂਦੀ ਹੈ। ਰੋਮ ਬਨਸਪਤੀ ਲੱਖ ਰਾਸਾ। ਤੇ ਜਿੰਨੇ ਰੋਮ ਨੇ ਇਹ ਜਾਣੋ ਸਾਰੇ ਉਸ ਬਨਸਪਤੀ ਰੂਪ ਹੈ। ਸਾਰੇ ਜਿੰਨੇ ਆਪਣੇ ਸਰੀਰ ਦੇ ਰੋਮ ਹੈ। ਤੇ ਜਦੋਂ ਆਤਮਕ ਆਨੰਦ ਖੁਸ਼ੀ ਖੇੜਾ ਹੁੰਦਾ, ਰੋਮ ਖਿੜ ਜਾਂਦੇ ਆ, ਤਾਂ ਸਮਝੋ ਸਾਰੀ ਬਨਸਪਤੀ ਪ੍ਰਫੁੱਲਤ ਹੈ। ਹੱਥਨ ਮਹਿ ਸੁਰ ਪਤ ਥਿਤਿਆ ਹੈ। ਫਿਰ ਹੱਥਾਂ ਨਾਲ ਗੁਰਮੁਖੋ ਸੇਵਾ ਕਰਦੇ ਆ। ਕੋਈ ਪ੍ਰਸ਼ਾਦੇ ਤਿਆਰ ਕਰਦਾ, ਕੋਈ ਵਰਤਾਉਂਦਾ ਹੈ ਹੱਥਾਂ ਤੇ। ਇਸ ਤਰ੍ਹਾਂ ਜਿਹੜਾ ਇੰਦਰ ਦੇਵਤਾ ਹੈ ਨਾ, ਗ੍ਰੰਥਾਂ ਵਿੱਚ ਮੰਨਿਆ ਕਿ ਉਹਦਾ ਵਾਸ ਹੱਥਾਂ ਤੇ ਹੈ। ਉਹਨੂੰ ਪ੍ਰਸੰਨ ਕਰਨ ਵਾਸਤੇ ਵੀ ਕਾਰਜ ਕਰਦੇ। ਮਹਾਰਾਜ ਕਹਿੰਦੇ ਜਦੋਂ ਭਾਈ ਗੁਰਸਿੱਖੋ ਤੁਸੀਂ ਹੱਥੀਂ ਸੇਵਾ ਕਰਦੇ ਹੋ, ਉਦੋਂ ਆਪੇ ਹੀ ਸਭ ਕੁਝ ਹੋ ਰਿਹਾ। ਤੁਹਾਨੂੰ ਕਿਸੇ ਵਿਸ਼ੇਸ਼ ਇੰਦਰ ਦੇਵਤੇ ਨੂੰ ਪ੍ਰਸੰਨ ਕਰਨ ਦੀ ਜ਼ਰੂਰਤ ਨਹੀਂ। ਹੱਥਨ ਮਹਿ ਸੁਰ ਪਤ। ਸੁਰ ਨਾਮ ਦੇਵਤਿਆਂ ਦਾ, ਪਤ ਨਾਮ ਪਤੀ, ਦੇਵਤਿਆਂ ਦਾ ਪਤੀ ਇੰਦਰ, ਉਹ ਹੱਥਾਂ ਦੇ ਵਿੱਚ ਹੀ ਬਰਾਜਦਾ ਹੈ। ਗੁਦਾ ਦੇਵਤਾ ਜਮ ਕੋ ਕਹੈ। ਤੇ ਜਿਹੜਾ ਗੁਦਾ ਦਾ ਦੇਵਤਾ ਹੈ, ਇਹਨੂੰ ਕਿਉਂਕਿ ਮਲੀਨਤਾ ਜਗ੍ਹਾ ਉਹ ਜਮ ਹੈ। ਸਾਹਿਬ ਜੀ ਕਹਿੰਦੇ ਭਾਈ ਉਹ ਜਾਣੋ ਜਮ ਹੈ। ਜਦੋਂ ਅੰਦਰ ਦੇ ਵਿਕਾਰ ਬੰਦਾ ਤਿਆਗਦਾ ਹੈ ਤਾਂ ਜਮ ਦੂਰ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐਸੇ ਕਰਮ ਦੇਖੋ ਗੁਰਮਤਿ ਦੇ ਵਿੱਚ ਸਾਨੂੰ ਸਾਰੇ ਸਾਡੇ ਸਰੀਰ ਅੰਤਰੀਵ ਹੀ ਮਹਾਰਾਜ ਨੇ ਸਮਝਾਏ। ਪ੍ਰਜਾਪਤੀ ਸੋ ਲਿੰਗ ਕੋ ਜਾਨੋ। ਫਿਰ ਜਿਹੜਾ ਇੱਕ ਦੇਖੋ ਇਹ 2 ਮਲ ਤੇ ਮੂਤਰ, 2 ਸਾਡੇ ਸਥਾਨ ਜਿੱਥੋਂ ਗੰਦਗੀ ਜਾਂਦੀ ਹੈ। ਮਲ ਵਾਲਾ ਜਮ, ਮੂਤਰ ਵਾਲਾ ਜਿਹੜਾ ਉਹਨੂੰ ਪ੍ਰਜਾਪਤੀ ਦੇਵਤਾ ਉੱਥੇ ਮੰਨਿਆ। ਸਾਹਿਬ ਜੀ ਕਹਿੰਦੇ ਭਾਈ ਇਹ ਉਸ ਨੂੰ ਜਾਣ ਲਓ। ਚਰਨਨ ਮਹਿ ਪ੍ਰਭ ਬਿਸ਼ਨ ਪਛਾਨੋ। ਫਿਰ ਗੁਰਮੁਖੋ ਮਹਾਰਾਜ ਜੀ ਕਹਿੰਦੇ ਚਰਨ ਪੈਰਾਂ ਦੇ ਵਿੱਚ ਜੋ ਪ੍ਰਭ ਸਰੂਪ ਬਿਸ਼ਨ ਹੈ ਉਸ ਨੂੰ ਪਛਾਣ ਲਓ। ਪੌਨ ਤੁਚਾ ਮਹਿ ਇਮ ਸੁਰ ਸਾਰੇ। ਫਿਰ ਗੁਰਮੁਖੋ ਪੌਣ ਹੈ ਹਵਾ, ਉਹ ਜਿੰਨੀ ਹੈ ਤੁਚਾ ਸਾਡੀ ਚਮੜੀ ਦੇ ਵਿੱਚ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿੰਨੇ ਵੀ ਦੇਵਤੇ ਐ ਉਹ ਭਾਈ ਤੁਹਾਨੂੰ ਕਿਤੇ ਵੱਖ-ਵੱਖ ਪੂਜਣ ਦੀ ਜ਼ਰੂਰਤ ਨਹੀਂ। ਸਾਰੇ ਹੀ ਜਿੰਨੇ ਇਸ ਤਰ੍ਹਾਂ ਦੇ ਦੇਵਤੇ ਹਨ ਬਾਸ ਕਰੰਤ ਸਰੀਰ ਮਝਾਰੇ, ਇਹ ਸਾਰੇ ਸਰੀਰ ਦੇ ਵਿੱਚ ਹੀ ਵਾਸਾ ਕਰਦੇ ਆ। ਤਾਂ ਹੁਣ ਉਹ ਸੀ ਨਾ ਪੁਰਾਣੇ ਇਸ ਤਰ੍ਹਾਂ ਹੁੰਦਾ ਵੀ ਫਲਾਣੇ ਦੇਵਤੇ ਨੂੰ ਪ੍ਰਸੰਨ ਕਰੋ, ਇਹਨੂੰ ਕਰੋ। ਮਹਾਰਾਜ ਕਹਿੰਦੇ ਦੇਖੋ ਸਾਰੇ ਦੱਸਤੇ ਭਾਈ ਗੁਰਸਿੱਖੋ ਬਾਸ ਕਰੰਤ ਸਰੀਰ ਮਝਾਰੇ। ਇਹ ਸਾਰੇ ਸਰੀਰ ਵਿੱਚ ਹੀ ਵਾਸਾ ਕਰਦੇ ਨੇ। ਵਾਹਿਗੁਰੂ ਕਹਿ ਜਬ ਮੁਖ ਪਾਵੇ। ਤੇ ਉਧਰੋਂ ਵਾਹਿਗੁਰੂ ਕਹਿ ਕੇ ਵਰਤਾਉਂਦਾ। ਜਿਹੜਾ ਛਕਦਾ ਹੈ ਉਹ ਵੀ ਜਦੋਂ ਗਰਾਹੀ ਪਾਉਂਦਾ ਵਾਹਿਗੁਰੂ ਕਹਿ ਕੇ, ਜਦੋਂ ਉਹ ਮੁਖ ਦੇ ਵਿੱਚ ਪਾ ਲੈਂਦਾ ਸਰਬ ਸੁਰਨ ਕੋ ਤਬ ਤ੍ਰਿਪਤਾਵੇ, ਤਾਂ ਜਾਣੋ ਸਾਰੇ ਦੇਵਤਿਆਂ ਨੂੰ ਤ੍ਰਿਪਤ ਕਰ ਲੈਂਦਾ। ਜਦੋਂ ਅਸੀਂ ਵਾਹਿਗੁਰੂ ਕਹਿ ਕੇ ਛਕ ਲੈਂਦੇ ਹਨ
ਪਰਮਾਤਮਾ ਦਾ ਨਾਮ ਲੈ ਕੇ ਸਾਰੇ ਦੇਵਤੇ ਤ੍ਰਿਪਤ ਹੋ ਜਾਂਦੇ ਆ। ਤੁਹਾਨੂੰ ਕਿਸੇ ਵਿਸ਼ੇਸ਼ ਦੇਵਤੇ ਦੀ ਹੋਤੀ ਦੇ ਕੇ ਉਹਨੂੰ ਤ੍ਰਿਪਤ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਦੋਂ ਸਰੀਰ ਵਿੱਚ ਚਲੇ ਗਏ ਸਾਰਾ ਉਹਨੇ ਸਾਰੇ ਅੰਨ ਨੇ ਸਾਰੇ ਸਰੀਰ ਨੂੰ ਹੁਣ ਉਹਦੇ ਵਿੱਚੋਂ ਹੀ ਜਿੰਨਾ ਸਾਡਾ ਸਰੀਰ ਦੀ ਵੇਸਟੇਜ ਹੈ ਗੰਦਗੀ ਰੂਪ ਵੀ ਨਿਕਲ ਜਾਣਾ ਹੈ, ਤਾਂ ਉਹ ਜੋ ਸਰੀਰ ਨੂੰ એનર્ਜੀ ਤਾਕਤ ਉਹ ਸਾਰੀ ਮਿਲ ਜਾਂਦੀ ਹੈ। ਇਉਂ ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਆ ਵਰਤਾਉਨੇ ਹੋ, ਤੇ ਜਦੋਂ ਵਾਹਿਗੁਰੂ ਕਹਿ ਕੇ ਮੁਖ ਦੇ ਵਿੱਚ ਭੋਜਨ ਪਾਇਆ ਜਾਂਦਾ ਸਰਬ ਸੁਰਨ ਕੋ ਤਬ ਤ੍ਰਿਪਤਾਵੈ, ਤਾਂ ਜਾਣੋ ਸਾਰੇ ਹੀ ਦੇਵਤਿਆਂ ਨੂੰ ਤ੍ਰਿਪਤ ਹੋ ਕਰ ਲਈਦਾ ਹੈ। ਸਿੱਖਨ ਕੋ ਗੁਰ ਹਿਤ ਕਰ ਦੇ, ਇਉਂ ਸਿੱਖਾਂ ਨੂੰ ਗੁਰ ਹਿਤ ਗੁਰੂ ਦੇ ਹਿੱਤ ਗੁਰੂ ਦੇ ਨਿਮਿਤ ਜਿਹੜਾ ਹੈ ਕਰਕੇ ਇਉਂ ਭਾਈ ਕੁਝ ਦੇਣਾ, ਭਾਵ ਗੁਰੂ ਦੇ ਨਿਮਿਤ ਗੁਰਸਿੱਖਾਂ ਨੂੰ ਕੋਈ ਛਕਾਉਣਾ। ਪੁੰਨ ਮਹਾ ਫਲ ਸੋ ਨਰ ਲੇ, ਜਿਹੜਾ ਕੋਈ ਪ੍ਰਾਣੀ ਗੁਰੂ ਨਿਮਿਤ ਸਿੱਖਾਂ ਨੂੰ ਕੁਝ ਦਿੰਦਾ ਹੈ ਉਹ ਭਾਈ ਵੱਡਾ ਪੁੰਨ ਪ੍ਰਾਪਤ ਕਰ ਲੈਂਦਾ ਹੈ। ਪੁੰਨ ਮਹਾ ਫਲ, ਵੱਡੇ ਪੁੰਨਾਂ ਦਾ ਮਹਾਨ ਵਿਸ਼ੇਸ਼ ਫਲ ਉਹ ਪ੍ਰਾਣੀ ਲੈ ਲੈਂਦਾ ਹੈ। ਕਰ ਅਰਦਾਸ ਪ੍ਰਸਾਦ ਵਰਤਾਵੈ, ਤੇ ਅਰਦਾਸ ਕਰਕੇ ਬੇਨਤੀ ਕਰਕੇ ਪ੍ਰਸਾਦ ਵਰਤਾਉਂਦਾ ਹੈ। ਅਗ ਨਾਸੈ ਪਿਤਰੀ ਤ੍ਰਿਪਤਾਵੈ, ਇਸ ਕਰਕੇ ਉਹਨੂੰ ਵਿਸ਼ੇਸ਼ ਸ਼ਰਾਧਤ ਅਦ ਕਰਕੇ ਪਿੱਤਰ ਨੂੰ ਤ੍ਰਿਪਤ ਕਰਨ ਦੀ ਜ਼ਰੂਰਤ ਨਹੀਂ। ਜਦੋਂ ਅਸੀਂ ਅਰਦਾਸ ਕਰ ਦਿੰਦੇ ਹਾਂ ਮਹਾਰਾਜ ਦਾ ਭੋਗ ਲੱਗ ਜਾਂਦਾ ਨਾ, ਇਹਦੇ ਨਾਲ ਜਾਣੋ ਜਿੰਨੇ ਵੀ ਪਾਪ ਉਹ ਸਾਰੇ ਨੱਸ ਜਾਂਦੇ ਆ, ਸਾਰੇ ਪਿੱਤਰ ਤ੍ਰਿਪਤ ਹੋ ਜਾਂਦੇ ਹਨ। ਅਰਦਾਸ ਕਰ ਅਰਦਾਸ ਪ੍ਰਸਾਦ ਵਰਤਾਵੈ, ਅਰਦਾਸ ਕਰਕੇ ਪ੍ਰਸਾਦ ਵਰਤਾਉਂਦਾ। ਅਗ ਨਾਸੈ ਪਿਤਰੀ ਤ੍ਰਿਪਤਾਵੈ, ਤੇ ਪਾਪ ਸਾਰੇ ਨੱਸ ਜਾਂਦੇ ਨੇ, ਦੌੜ ਜਾਂਦੇ, ਖਤਮ ਹੋ ਜਾਂਦੇ ਆ। ਪਿਤਰਾਂ ਨੂੰ ਵੀ ਤ੍ਰਿਪਤ ਕਰ ਲੈਂਦਾ ਹੈ। ਪ੍ਰਭ ਸਭ ਸੁਰ ਕੋ ਮੂਲ ਮਹਾਨਾ, ਫਿਰ ਮਹਾਰਾਜ ਕਹਿੰਦੇ ਗੁਰਸਿੱਖੋ ਜੋ ਪਰਮੇਸ਼ਰ ਹੈ ਉਹ ਭਾਈ ਸਾਰੇ ਦੇਵਤਿਆਂ ਦਾ ਮੂਲ ਹੈ। ਦੇਵਤੇ ਆਪਣੇ ਆਪ ਵਿੱਚ ਤਾਂ ਕੋਈ ਸਮਰੱਥ ਨਹੀਂ ਹੈ, ਸਾਰਾ ਮੂਲ ਸਮਰੱਥ ਤਾਂ ਸਭ ਤੋਂ ਮਹਾਨ ਪਰਮੇਸ਼ਰ ਹੀ ਹੈ। ਤਿਸ ਤ੍ਰਿਪਤੇ ਸਭ ਸੁਰ ਤ੍ਰਿਪਤਾਨਾ, ਤੇ ਜੇ ਪਰਮੇਸ਼ਰ ਨੂੰ ਹੀ ਤ੍ਰਿਪਤ ਕਰ ਲਿਆ, ਪ੍ਰਸੰਨ ਕਰ ਲਿਆ, ਸਾਰੇ ਹੀ ਦੇਵਤੇ ਤ੍ਰਿਪਤ ਹੋ ਗਏ। ਜਥਾ ਮੂਲ ਤਰ ਸਿੰਚਨ ਕਰੇ, ਫਿਰ ਪ੍ਰਮਾਣ ਦਿੱਤਾ ਮਹਾਰਾਜ ਕਹਿੰਦੇ ਗੁਰਸਿੱਖੋ ਜਿਵੇਂ ਦਰਖਤ ਹੈ ਉਹਦੀ ਕੋਈ ਜੜ ਨੂੰ ਸਿੰਜਦਾ ਹੈ, ਪੱਤਰ ਪੁਸ਼ਪ ਸ਼ਾਖਾ ਹੋਏ ਹਰੇ, ਉਹਦੇ ਪੱਤੇ ਵੀ ਉਹਦੇ ਫੁੱਲ ਵੀ ਸ਼ਾਖਾਵਾਂ ਹਰੀਆਂ ਭਰੀਆਂ ਹੋ ਜਾਂਦੀਆਂ, ਪਾਣੀ ਤੇ ਜੜ ਨੂੰ ਹੀ ਪਾਇਆ ਹੈ। ਪ੍ਰਥਮੇ ਤੋ ਸਿੱਖ ਨਿਤ ਅਸ ਕਰੈ, ਪਹਿਲਾਂ ਤਾਂ ਮਹਾਰਾਜ ਕਹਿੰਦੇ ਜਿਹੜਾ ਗੁਰਸਿੱਖ ਹਮੇਸ਼ਾ ਇਸ ਤਰ੍ਹਾਂ ਕਰੇ। ਸਿੱਖਨ ਅਚਾਵਨ ਮੈਂ ਹਿਤ ਧਰੈ, ਕਿ ਗੁਰਸਿੱਖਾਂ ਨੂੰ ਛਕਾਉਣ ਦੇ ਵਿੱਚ ਪ੍ਰੇਮ ਧਾਰੇ। ਕਈ ਵਾਰ ਹੁੰਦਾ ਨਾ ਵੀ ਅੰਨ ਜਿਹੜਾ ਹੈ ਇਹਦਾ ਦਾਨ ਲੰਗਰ ਦਾ ਜੀ ਭੁੱਖੇ ਨੂੰ, ਦੇਖੋ ਪਹਿਲ ਜਿਹੜੀ ਹੈ ਹੁਣ ਜੇ ਉਸ ਭਾਵਨਾ ਨਾਲ ਵੇਖੀਏ, ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਅੰਨ ਬਸਤਰ ਭੂਮ ਬਹੁ ਅਰਪੈ ਨਹਿ ਮਿਲੀਐ ਹਰ ਦੁਆਰਾ। ਇਸ ਗੱਲ ਦਾ ਵੀ ਵਿਚਾਰਨੀ ਪਊ ਨਾ ਗੱਲ। ਮਹਾਰਾਜ ਤਾਂ ਕਹਿੰਦੇ ਪਰਮੇਸ਼ਰ ਦਾ ਦਰ ਮਿਲਣਾ ਨਹੀਂ, ਫਿਰ ਉਹਦਾ ਭਾਵ ਸਮਝਣਾ। ਅਨ ਅਧਿਕਾਰੀ ਨੂੰ ਛਕਾ ਕੇ ਤੁਹਾਨੂੰ ਕੋਈ ਫਲ ਨਹੀਂ। ਅਧਿਕਾਰੀ ਕੌਣ ਹੈ? ਗੁਰਸਿੱਖ। ਸਿੱਖਨ ਅਚਾਵਨ ਮੈਂ, ਪਹਿਲੀ ਬਾਤ ਤੋਂ ਸਿੱਖ ਹਮੇਸ਼ਾ ਇਹ ਗੱਲ ਆਪਣੇ ਮਨ ਵਿੱਚ ਧਾਰੇ ਕਿ ਸਿੱਖਾਂ ਨੂੰ ਛਕਾਉਣ ਦੇ ਵਿੱਚ ਉਹ ਪ੍ਰੇਮ ਧਰੇ। ਇਹ ਹੁਣ ਗੁਰੂ ਦਾ ਕੋਈ ਕਿਸੇ ਨਾਲ ਵੈਰ ਨਹੀਂ, ਪਰ ਜਿਹੜੀ ਸਾਡੇ ਜੀਵਨ ਦੀ ਭਲਾ ਹੈ, ਗੁਰਸਿੱਖ ਦੇ ਕਰਮ ਨੇ, ਉਹ ਸਤਿਗੁਰਾਂ ਨੇ ਹੁਣ ਇੱਥੇ ਸਿੱਖਣ ਅਚਾਵਨ ਦੀ ਜਗ੍ਹਾ ਤੇ ਕੋਈ
ਕਵੀ ਜੀ ਹੋਰ ਸ਼ਬਦ ਵੀ ਵਰਤ ਸਕਦੇ ਸੀ ਨਾ, ਗਰੀਬ ਵੀ ਵਰਤ ਸਕਦੇ ਸੀ, ਭੁੱਖਾ ਵੀ ਵਰਤ ਸਕਦੇ ਸੀ, ਵੀ ਭੁੱਖੇ ਨੂੰ ਛਕਾਉਣ ਵਿੱਚ ਪ੍ਰੇਮ ਧਾਰੇ ਜਾਂ ਗਰੀਬ ਨੂੰ ਛਕਾਉਣ ਵਿੱਚ ਪ੍ਰੇਮ ਧਾਰੇ। ਇਹ ਦੋਨੇ ਸ਼ਬਦ ਨਹੀਂ ਵਰਤੇ, ਲੇਕਿਨ ਸਿੱਖਣ ਸ਼ਬਦ ਵਰਤਿਆ। ਇਸ ਕਰਕੇ ਇਹਦੇ ਵਿੱਚ ਬਹੁਤ ਵੱਡੇ ਭੇਦ ਨੇ। ਜਦੋਂ 10ਵੇਂ ਪਾਤਸ਼ਾਹ ਜੀ ਨੂੰ ਪੁੱਛਿਆ ਮਹਾਰਾਜ ਦਾਨ, ਤੇ 10ਵੇਂ ਪਾਤਸ਼ਾਹ ਜੀ ਨੇ ਕੀ ਕਿਹਾ? ਖਾਲਸੇ ਦੀ ਮਹਿਮਾ ਕਰਦੇ ਆ, ਕਹਿੰਦੇ ਦਾਨ ਦਿਓ ਇਨ ਹੀ ਕੋ ਭਲਾ, ਔਰ ਕੋ ਦਾਨ ਸੁਹਾਤ ਨਾ ਜੀ ਕੋ। ਭਾਵ ਕਿ ਮੇਰੇ ਖਾਲਸੇ ਨੂੰ ਦਾਨ ਦਿੱਤਾ ਭਲਾ ਹੈ, ਹੋਰ ਨੂੰ ਖਾਲਸੇ ਨੂੰ ਛੱਡ ਕੇ ਹੋਰ ਨੂੰ ਦਾਨ ਦੇ ਰਹੇ ਆ। ਮਹਾਰਾਜ ਕਹਿੰਦੇ ਮੇਰੇ ਚਿੱਤ ਨੂੰ ਸੋਹੰਦਾ ਨਹੀਂ, ਸਹਾਉਂਦਾ ਨਹੀਂ। ਤੋ ਇੱਥੇ ਸਾਰੀਆਂ ਤਾਂ ਬੜੀਆਂ ਡੂੰਘੀਆਂ ਵਿਚਾਰਾਂ ਹੈ। ਜਦੋਂ ਆਪਾਂ ਕਿਤੇ ਵੀ ਇੱਕ ਅਧਿਕਾਰੀ ਹੈ, ਇੱਕ ਅਣਅਧਿਕਾਰੀ ਹੈ। ਹੁਣ ਅਧਿਕਾਰੀ ਨੂੰ ਵਸਤੂ ਦਿੱਤੀ, ਉਹਦਾ ਫਲ ਭੂਤ ਹੈ। ਅਣਅਧਿਕਾਰੀ ਨੂੰ ਦੇ ਦਿਓ। ਸਮਝ ਗਏ ਵੀ ਕੋਈ ਵੀ ਵਸਤੂ ਹੈ ਜਿਹਨੂੰ ਅਜੇ ਗਿਆਨ ਨਹੀਂ, ਤੇ ਅਣਅਧਿਕਾਰੀ ਨੂੰ ਕੋਈ ਵਸਤੂ ਫੜਾ ਦਿਓ, ਤੇ ਉਹ ਤਾਂ ਫਿਰ ਉਹਦੀ ਦੁਰਵਰਤੋਂ ਹੀ ਹੋਣੀ ਹੈ ਨਾ। ਜਾਂ ਬਹੁਤ ਵਾਰੀ ਐਸਾ ਹੁੰਦਾ ਵਿਸ਼ਿਆਂ ਨਸ਼ਿਆਂ ਵਾਲੇ, ਫਿਰ ਉਹਦਾ ਕੀ ਫਲ ਮਿਲਣਾ ਹੈ? ਕੋਈ ਫਲ ਨਹੀਂ ਮਿਲਦਾ ਹੈ। ਤੋ ਸਿੱਖਣ ਅਚਾਵਨ ਮੈਂ ਹਿਤ ਧਰੈ। ਹੁਣ ਇਹ ਕੋਈ ਜਦੋਂ ਕੋਈ ਹੁੰਦਾ, ਮੰਨ ਲਓ ਭੁਚਾਲ ਆ ਗਿਆ, ਕੋਈ ਤੂਫਾਨ ਆ ਗਏ, ਕੋਈ ਹੜ੍ਹ ਆ ਗਏ, ਉੱਥੇ ਗੱਲ ਹੁੰਦੀ ਹੈ ਫਿਰ ਪਰਮੇਸ਼ਰ ਦੇ ਜੀਆ ਜੰਤ ਜਾਣ ਕੇ ਉੱਥੇ ਦਾ ਪਸ਼ੂ ਡੰਗਰ ਨੂੰ ਵੀ ਸਿੱਖ ਸਿਖਾਉਂਦਾ। ਹੁਣ ਹੜ੍ਹ ਆਏ ਸੀ, ਦੇਖੋ ਕਿੰਨਾ ਹਰਾ ਚਾਰਾ, ਕੀ ਹੋਰ ਕਿੰਨਾ ਕੁਝ ਪਸ਼ੂਆਂ ਵਾਸਤੇ ਵੀ ਲੈ ਗਏ, ਜਾਨਵਰਾਂ ਵਾਸਤੇ ਵੀ ਸਿੱਖਾਂ ਨੇ ਸਿਖਾਤਾ। ਉੱਥੇ ਤਾਂ ਨਹੀਂ ਦੇਖਿਆ, ਨਾ ਜਾਤ ਵੇਖੀ, ਨਾ ਧਰਮ ਵੇਖਿਆ, ਨਾ ਇਹ ਵੇਖਿਆ ਵੀ ਕਿਹੜਾ ਪਸ਼ੂ ਹੈ, ਕੌਣ ਹੈ, ਕੀ ਗੱਲਬਾਤ। ਉਹ ਗੱਲ ਹੁੰਦੀ ਹੈ, ਇਹ ਸਮਝਣਾ ਹੈ। ਜਿਹੜਾ ਹੁਣ ਗੁਰੂ ਕਾ ਲੰਗਰ ਹੈ ਨਾ, ਇਹਦੀ ਰੀਤੀ ਮਰਜ਼ਾਦਾ ਹੈ। ਜਿਸ ਤਰ੍ਹਾਂ ਹੁਣ ਤੇ ਰਿਵਾਜ ਪੈ ਗਿਆ, ਨੰਬਰ ਬਣਾਉਣ ਲੱਗ ਗਏ। ਹੁਣ ਤਾਂ ਜਿਵੇਂ ਥਾਂ ਥਾਂ ਤੇ ਅਸਲ ਵਿੱਚ ਲੰਗਰ ਗੁਰੂ ਕੇ ਦਰ ਤੇ ਹੈ। ਕਿ ਸਤਿਗੁਰੂ ਦੇ ਦਰ ਤੇ ਕੋਈ ਚੱਲ ਕੇ ਆਵੇ, ਸਤਿਗੁਰੂ ਨੂੰ ਨਮਸਕਾਰ ਕਰੇ ਤੇ ਗੁਰੂ ਕਾ ਲੰਗਰ ਛਕੇ ਅਧਿਕਾਰੀ। ਜਿਹੜਾ ਹੁਣ ਆ ਚੱਲ ਪਿਆ ਨਾ ਕੰਮ ਪੈਕ ਹੋ ਕੇ, ਹੋਰ ਇਹ ਤਾਂ ਆਫਤ ਦੇ ਸਮੇਂ ਸੀ। ਜਿਵੇਂ ਹੁਣੀ ਆਪਾਂ ਇਹ ਹੁਣ ਹੜਾਂ ਦਾ ਲੰਘ ਕੇ ਹਟਿਆ, ਕਿੰਨਾ ਪੈਕ ਹੋ ਕੇ ਪ੍ਰਸ਼ਾਦਾ ਗਿਆ, ਉਹ ਸਮਾਂ ਹੈ। ਲੇਕਿਨ ਇਸ ਤੋਂ ਬਿਨਾਂ ਬਾਕੀ ਆਮ ਹਾਲਾਤਾਂ ਵਿੱਚ ਗੁਰੂ ਕਾ ਲੰਗਰ ਗੁਰੂ ਕੇ ਦਰ ਤੇ ਹੀ ਵਰਤਦਾ ਹੈ। ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬਚਨ ਕਰਦੇ ਆ, ਭਾਈ ਗੁਰ ਸਿੱਖੋ ਪਹਿਲੀ ਗੱਲ ਤੇ ਸਿੱਖ ਇਸ ਤਰ੍ਹਾਂ ਹਮੇਸ਼ਾ ਨਿਤ ਇਉਂ ਕਰਨਾ ਹੈ। ਪ੍ਰਥਮੇ ਤੋ ਸਿੱਖ ਨਿਤ ਅਸ ਕਰੈ, ਸਿੱਖਨ ਅਚਾਵਨ ਮੈਂ ਹਿਤ ਧਰੈ। ਸਿੱਖਾਂ ਨੂੰ ਛਕਾਉਣ ਦੇ ਵਿੱਚ ਹਿਤ ਧਾਰੇ। ਜੇ ਨਿਤ ਪ੍ਰਤ ਨਹਿ ਸ਼ਕਤ ਲਖਾਵੈ, ਜੇ ਭਾਈ ਨਿਤਾ ਪ੍ਰਤੀ ਨਹੀਂ ਸ਼ਕਤੀ ਹੈ ਕੁਝ ਕਰਨ ਦੀ, ਵੀ ਹਰ ਰੋਜ਼ ਹੁਣ ਇੰਨੀ ਨਹੀਂ ਹਿੰਮਤ, ਇੰਨੀ ਸ਼ਕਤੀ ਨਹੀਂ, ਤੋ ਨਮਿਤ ਜਾਰੂਰ ਕਮਾਵੇ। ਤਾਂ ਫਿਰ ਕਿਸੇ ਨਿਮਿਤ, ਇੱਕ ਹੁੰਦਾ ਨਿਤ ਕਰਮ, ਇੱਕ ਹੁੰਦਾ ਨਿਮਿਤ। ਨਿਤ ਕਰਮ ਹੁੰਦਾ ਰੋਜ਼ ਛਕਾ ਦੇਣਾ। ਹੁਣ ਕਈ ਪਰਿਵਾਰ ਕਹਿੰਦੇ ਵੀ ਰੋਜ਼ ਤਾਂ ਔਖਾ ਹੈ, ਕਿੰਨਿਆਂ ਨੂੰ ਛਕਾਏ। ਫਿਰ ਮਹਾਰਾਜ ਕਹਿੰਦੇ ਜਿਹਦੇ ਚ ਭਾਈ ਨਿਤ ਛਕਾਉਣ ਦੀ ਨਹੀਂ, ਉਹ ਨਿਮਿਤ ਕਰ ਲਓ। ਨਿਮਿਤ ਕੀ ਹੁੰਦਾ? ਜਿਵੇਂ ਹੁਣ ਆਪਾਂ ਵੇਖਦੇ ਹਾਂ ਵੀ ਆਪਾਂ ਅਖੰਡ ਪਾਠ ਸਾਹਿਬ ਕਰਦੇ ਹਾਂ, 2 ਦਿਨ ਹੁੰਦਾ ਨਾ, ਉਹ ਨਿਮਿਤ ਕਰਮ ਹੋ ਗਿਆ। ਮਹੀਨੇ ਬਾਅਦ ਲੰਗਰ ਲਾਤਾ ਜਾਂ ਕੋਈ ਗੁਰਪੁਰਬ ਆ ਗਿਆ ਤੇ ਉਹਨੂੰ ਨਿਮਿਤ ਕਿਹਾ। ਫਿਰ ਸਾਹਿਬ ਜੀ ਕਹਿੰਦੇ ਭਾਈ ਫਿਰ ਨਿਮਿਤ ਤਾਂ ਜ਼ਰੂਰ ਹੀ ਕਮਾਵੇ। ਇੰਨਾ ਕੁ ਤਾਂ ਕਰ ਸਕਦਾ ਨਾ ਕਿ ਲੰਗਰ ਚੱਲਦਾ, ਉਹਦੇ ਵਿੱਚ ਜਿੰਨਾ ਕੋਈ ਹਿੱਸਾ ਪਾ ਗਿਆ ਭਲਾ ਹੀ ਹੈ। ਮਹਾਜੱਗ ਸਮੁੰਦਰ ਦੇ ਵਿੱਚ ਦੇਖੋ, ਕਈ ਵਾਰ ਕਹਿਣਗੇ ਵੀ ਆਪਣੇ ਥੋੜੇ ਜਿਹੇ ਨੇ, ਉੱਥੇ ਕੀ ਕਰਨਾ। ਗੁਰਮੁਖੋ ਥੋੜਾ ਚਾਹੇ ਤੁਸੀਂ ਮੁੱਠੀ ਭਾਰੀ ਕੁਝ ਅੰਨ ਪਾਣੀ ਜਿਹੜਾ ਅਨਾਜ ਆ ਉਹ ਲੰਗਰ ਵਿੱਚ ਪਾ ਜਾਓ, ਰੂਪ ਲੰਗਰ ਦਾ ਬਣ ਜਾਣਾ। ਜਿਵੇਂ ਹੁਣ ਸਮੁੰਦਰ ਹੈ ਤਾਂ ਉਹ ਭਰਿਆ ਹੋਇਆ, ਉੱਥੇ ਘਾਟ ਤਾਂ ਕੋਈ ਨਹੀਂ। ਤੇ ਲਓ ਤੁਸੀਂ ਇੱਕ ਗਲਾਸ, ਕੋਈ ਬਾਲਟੀ ਕੋਈ ਉਹਦੇ ਵਿੱਚ ਪਾ ਦੇਵੇ, ਭਾਵੇਂ ਕਿ ਉਹ ਗਲਾਸ ਬਾਲਟੀ ਦੀ ਬਾਹਰ ਕੋਈ ਕੀਮਤ ਨਹੀਂ, ਪਰ ਜਦੋਂ ਸਮੁੰਦਰ ਵਿੱਚ ਪੈ ਗਿਆ
ਉਹੀ ਸਮੁੰਦਰ ਰੂਪ ਹੋ ਜਾਂਦਾ, ਉਹਨੂੰ ਸਮੁੰਦਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਿੰਨੀ ਹਿੰਮਤ ਹੈ ਗੁਰੂ ਕੇ ਲੰਗਰ ਵਿੱਚ ਕੋਈ ਹਿੱਸਾ ਪਾ ਲੈਂਦਾ, ਕੋਈ ਅੱਧਾ ਕਿਲੋ ਦਾਲਾ ਪਾ ਗਿਆ, ਕੋਈ ਪਾਈਆ, ਕੋਈ ਕੁਛ ਕਰ ਗਿਆ, ਕਿੰਨਾ ਵੀ, ਤੇ ਲੰਗਰ ਕਿੱਡਾ ਵੱਡਾ ਖੇਤਰ ਹੈ, ਤੇ ਉਹਦੇ ਵਿੱਚ ਉਹਦਾ ਥੋੜਾ ਪਾਇਆ ਹੋਇਆ ਵੀ ਮਹਾਨ ਬਣ ਜਾਂਦਾ ਹੈ, ਇੰਨਾ ਵੱਡਾ ਫਲ ਮਿਲਦਾ ਹੈ। ਮਹਾਰਾਜ ਕਹਿੰਦੇ ਜੇ ਨਿਤ ਪ੍ਰਤ ਨਹਿ ਸ਼ਕਤ ਲਿਖਾਵੈ, ਜੇ ਭਾਈ ਨਿਤਾ ਪ੍ਰਤੀ ਐਸਾ ਕਰਨ ਦੀ ਸ਼ਕਤੀ ਨਹੀਂ ਉਹਦੇ ਵਿੱਚ ਜਾਣੀ ਜਾਂਦੀ, ਤਉ ਨਿਮਿਤ ਜ਼ਰੂਰ ਕਮਾਵੇ, ਤਾਂ ਨਿਮਿਤ ਤਾਂ ਜ਼ਰੂਰ ਕਮਾਏ। ਕੋਈ ਗੁਰਪੁਰਬ ਹੈ, ਕੋਈ ਦਿਨ ਦਿਹਾੜਾ ਹੈ, ਜਿਸ ਦਿਨ ਸੰਗਤ ਦਾ ਇਕੱਠੇ ਹੋਣਾ, ਸਾਸੰਗ ਹੋਣੀ ਗੁਰੂ ਦੇ ਦਰ ਤੇ, ਉਸ ਦਿਨ ਤੇ ਜ਼ਰੂਰ ਕਮਾਵੇ। ਗੁਰਪੁਰਬ ਸੰਕਰਾਂਤ ਉਮੱਸਿਆ, ਇਹ ਦੱਸ ਵੀ ਦਿੱਤਾ ਮਹਾਰਾਜ ਕਿਹੜੇ ਦਿਨ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਾਂ ਗੁਰਪੁਰਬ ਹੈ, ਗੁਰੂ ਦਾ ਜਿਹੜਾ ਪੁਰਬ ਹੈ, ਗੁਰੂ ਮਹਾਰਾਜ ਦੇ ਅਵਤਾਰ ਦਿਹਾੜੇ, ਗੁਰੂ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ, ਹੋਰ ਸਾਹਿਬਜ਼ਾਦਿਆਂ ਦੇ, ਗੁਰੂ ਕੇ ਸਿੰਘਾਂ ਸਿੱਖਾਂ ਸ਼ਹੀਦਾਂ ਦੇ, ਮਹਾਨ ਯੋਧਿਆਂ ਦੇ, ਜਿੰਨੇ ਵੀ ਜਿੱਥੇ ਕੋਈ ਹੁੰਦੇ ਆ, ਜਿੰਨੀ ਹਿੰਮਤ ਹੈ। ਸਕਰਾਂਤ ਭਾਵ ਸੰਗਰਾਂਦ ਉਮੱਸਿਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇਕੱਠ ਹੁੰਦੇ। ਇਹ ਜਿਹੜੇ ਦਿਨ ਹਨ ਪੁੰਨਿਆ ਅਚਵਾਵੈ ਸਿੱਖ ਰਸਿਆ, ਜਾਂ ਪੁੰਨਿਆਂ ਦਾ ਦਿਨ, ਇਸ ਤਰ੍ਹਾਂ ਦੇ ਜਦੋਂ ਨਿਮਿਤ ਦਿਨ ਹੁੰਦੇ ਨੇ। ਨਿਮਿਤ ਦਾ ਇੱਕ ਨਿਤ ਕਰਮ ਹੋ ਗਿਆ, ਇੱਕ ਨਿਮਿਤ, ਕਿਸੇ ਨਿਮਿਤ ਕੋਈ ਕਰਮ ਕਰ ਲਿਆ, ਕਰਮ ਤਾਂ ਆਪਦੇ ਭਲੇ ਲਈ ਕਰਨਾ ਹੈ। ਹੁਣ ਜਿਵੇਂ ਸੰਗਰਾਂਦ ਦੇ ਨਿਮਿਤ ਆਪਾਂ ਸ੍ਰੀ ਅਖੰਡ ਪਾਠ ਸਾਹਿਬ ਕਰਦੇ ਹਾਂ, ਭਲਾ ਤਾਂ ਸਾਡਾ ਅਖੰਡ ਪਾਠ ਨੇ ਕਰਨਾ ਨਾ। ਜੇ ਹੁਣ ਇਕੱਲਾ ਕਿ ਵੀ ਸੰਗਰਾਂਦ ਨਾਲ ਤਾਂ ਨਹੀਂ ਗੱਲ ਬਣਨੀ, ਉਹਦੇ ਨਿਮਿਤ, ਸੰਗਰਾਂਦ ਦੇ ਨਿਮਿਤ ਆਪਾਂ ਕੀਤਾ ਕੀ, ਬਾਣੀ ਪੜ੍ਹੀ, ਸਾਸੰਗ ਕਰ ਲਈ, ਗੁਰੂ ਦਰ ਤੇ ਆਏ, ਉਪਦੇਸ਼ ਸੁਣ ਲਿਆ, ਹੋ ਗਿਆ, ਬਾਣੀ ਸੇਵਾ ਕਰ ਲਈ ਕਿਸੇ ਨੇ, ਉਹ ਜਿਹੜਾ ਕਰਮ ਕੀਤਾ ਭਲਾ ਉਹਨੇ ਕਰਨਾ। ਇਸੇ ਤਰ੍ਹਾਂ ਹੀ ਕੋਈ ਗੁਰਪੁਰਬ ਹੈ, ਹੁਣ ਗੁਰਪੁਰਬ ਹੈ ਤੇ ਆਪਾਂ ਕੀ ਗੁਰਪੁਰਬ ਹੈ ਜੀ, ਉਸ ਦਿਨ ਗੁਰਮੁਖੋ ਆਪਾਂ ਸ਼ੁਭ ਕਾਰਜ ਕਰਾਂਗੇ, ਫਿਰ ਉਹ ਆਪਣੇ ਲਈ ਸਹਾਈ ਹੈ। ਬਾਕੀ ਇਹ ਜਿਹੜੇ ਦਿਨ ਹੁੰਦੇ ਨੇ, ਜਿਹੜੇ ਕੋਈ ਗੁਰਪੁਰਬ ਆ, ਇਸ ਤਰ੍ਹਾਂ ਦੇ ਗੁਰੂਆਂ ਦੇ ਦਿਨ ਹੈ ਨਾ, ਉਹਦੇ ਵਿੱਚ ਬਹੁਤ ਵੱਡੀ ਮਹਾਨਤਾ ਹੈ। ਉਸ ਦਿਨ ਜਿਹੜੀ ਕੁਦਰਤ ਹੈ ਉਹ ਗੁਰੂ ਨੂੰ ਮੰਨਣ ਵਾਲਿਆਂ ਦੇ ਅਨੁਕੂਲ ਹੋ ਜਾਂਦੀ ਹੈ, ਸਹਾਈ ਹੋ ਜਾਂਦੀ ਹੈ। ਇਸ ਕਰਕੇ ਉਹਨਾਂ ਦਿਨਾਂ ਵਿੱਚ ਕੀਤੇ ਸ਼ੁਭ ਕਰਮਾਂ ਦਾ ਫਲ ਆਮ ਦਿਨਾਂ ਨਾਲੋਂ ਬਹੁਤਾ ਮਿਲ ਜਾਂਦਾ ਹੈ। ਤੋ ਇਹ ਜਿਹੜੇ ਦਿਨ ਨੇ, ਮਹਾਰਾਜ ਕਹਿੰਦੇ ਭਾਈ ਇਹਨਾਂ ਪੁੰਨਿਆ ਅਚਵਾਵੈ ਸਿੱਖ ਰਸਿਆ, ਇਉਂ ਜਿਹੜਾ ਸਿੱਖ ਪ੍ਰੇਮੀ ਹੈ ਇਹਨਾਂ ਦਿਨਾਂ ਦੇ ਵਿੱਚ ਤਾਂ ਨਿਮਿਤ ਰੂਸ ਜਾਣ ਕੇ ਜ਼ਰੂਰ ਛਕਾਵੇ। ਗੁਰ ਸੁਣ ਸਿੱਖਨ ਨਿਸ਼ਚੈ ਉਰ ਪਾਇਓ, ਇਹ ਸੁਣ ਕਰਕੇ ਨਾ ਸਿੱਖਾਂ ਨੇ ਆਪਣੇ ਹਿਰਦੇ ਵਿੱਚ ਗੁਰੂ ਸਾਹਿਬ ਦਾ ਉਪਦੇਸ਼ ਨਿਸ਼ਚੇ ਸਹਿਤ ਪਾ ਲਿਆ, ਭਾਵ ਨਿਸ਼ਚਾ ਪ੍ਰਾਪਤ ਕੀਤਾ। ਸਤਿਗੁਰ ਆਗੇ ਸੀਸ ਝੁਕਾਇਓ, ਤੇ ਸਤਿਗੁਰੂ ਜੀ ਦੇ ਅੱਗੇ ਸੀਸ ਝੁਕਾਇਆ ਹੈ। ਕਰਨ ਲੱਗੇ ਤਿਸ ਵਿਦ ਪੁੰਨ ਕਾਰ, ਇਸ ਤਰ੍ਹਾਂ ਫਿਰ ਭਾਈ ਇਹ ਕਾਰਜ ਜੋ ਸਤਿਗੁਰਾਂ ਨੇ ਜਿਵੇਂ ਦੱਸਿਆ ਕਰਨ ਲੱਗ ਪਏ। ਪ੍ਰਾਪਤ ਜਿਹ ਤੇ ਫਲ ਸੋ ਉਦਾਰ, ਜਿਹਦੇ ਨਾਲ ਫਿਰ ਇਹਨਾਂ ਨੂੰ ਮਹਾਨ ਉਦਾਰ ਫਲ ਦੀ ਪ੍ਰਾਪਤੀ ਹੋਈ, ਅਭੇਦਤਾ ਹੋਈ, ਕੇਵਲ ਮੋਕਸ਼ ਦੀ ਪ੍ਰਾਪਤੀ, ਕਲਿਆਣਤਾ ਮਿਲ ਗਈ। ਇਹ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪੰਚਮ ਮਹੱਲੇ। ਇਸ ਤਰ੍ਹਾਂ ਇੱਥੇ ਭਾਈ ਜੋ ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦੇ 5ਵੇਂ ਮਹੱਲੇ ਦੀ ਕਥਾ ਭਾਈ ਝਾਂਜ ਔਪੈੜੇ ਆਦਿਕ ਸਿੱਖਣ ਪ੍ਰਸੰਗ ਵਰਣਨ, ਇਹਨਾਂ ਗੁਰਸਿੱਖਾਂ ਦੇ ਪ੍ਰਸੰਗ ਵਰਣਨ ਕੀਤੇ ਹੈ। ਨਾਮ 36ਵਾਂ ਮੰਦਰ ਹੈ, 36ਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ 37ਵੇਂ ਘਰ ਦਾ ਪ੍ਰਸੰਗ ਵੀ ਅੱਗੇ ਗੁਰਸਿੱਖਾਂ ਨੂੰ ਉਪਦੇਸ਼ ਦਾ ਹੀ ਦੱਸਦੇ ਹਨ। ਵਿਸਾ ਗੋਪੀ ਤੁਲਸੀਆ ਭਾਰ ਦੁਆਜੀ ਬਿਪਰ,
ਇਸ ਤਰ੍ਹਾਂ ਦੇ ਇਹ ਗੁਰਸਿੱਖ ਨੇ ਭਾਈ ਵਿਸਾ, ਭਾਈ ਗੋਪੀਆ, ਭਾਈ ਤੁਲਸੀਆ, ਭਾਰਦਵਾਜੀ, ਵਿਪਰ, ਇਹ ਬ੍ਰਾਹਮਣ ਜਾਤੀ ਵਿੱਚੋਂ ਹਨ। ਗੋਇੰਦ ਘੇਈ ਭਾਈ ਅੜਾ, ਆਏ ਮਿਲੇ ਕਰ ਛਿਪਰ। ਇਸ ਤਰ੍ਹਾਂ ਭਾਈ ਗੋਇੰਦਾ ਜੀ, ਘੇਈ, ਘੇਈ ਜਾਤੀ ਵੀ ਕਿਹਾ, ਘੇਈ ਤੇ ਭਾਈ ਅੜਾ, ਆਏ ਮਿਲੇ ਕਰ ਛਿਪਰ, ਪ੍ਰੇਮ ਸ਼ਰਧਾ ਧਾਰ ਕੇ ਸਤਿਗੁਰੂ ਨੂੰ ਮਿਲੇ ਹਨ। ਚੌਪਈ ਬੰਧਨ ਕਰ ਬੈਠੇ ਸਭ ਪਾਸ, ਤੇ ਬੰਦਨਾ ਕਰਕੇ ਸਾਰੇ ਮਹਾਰਾਜ ਕੋਲ ਬਹਿ ਗਏ। ਹਾਥ ਜੋੜ ਕੀਨੀ ਅਰਦਾਸ, ਹੱਥ ਜੋੜ ਕੇ ਨਾ ਬੇਨਤੀ ਕੀਤੀ। ਗੁਰੂ ਗਰੀਬ ਨਿਵਾਜ ਸੁਨਾਏ, ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਸੁਣਾਈ। ਦ્વੈ ਸ਼ਬਦਨ ਮੈਂ ਸੰਸੇ ਪਾਏ, ਕਹਿੰਦੇ ਜੀ ਦੋ ਸ਼ਬਦ ਹਨ ਜਿਨ੍ਹਾਂ ਦੇ ਵਿੱਚ ਸਾਨੂੰ ਸੰਸਾ ਹੋਇਆ ਹੈ। ਨਾਮ ਦੇਵ ਜਨ ਸ਼ਬਦ ਬਨਾਏ, ਜੋ ਭਗਤ ਨਾਮਦੇਵ ਜੀ ਉਹਨਾਂ ਨੇ ਸ਼ਬਦ ਬਣਾਇਆ, ਗਾਇਨ ਕੀਤਾ। ਦ્વੈ ਥਲ ਰਾਗਨ ਬਿਖੈ ਟਕਾਏ, ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਜਗ੍ਹਾ ਤੇ ਰਾਗਾਂ ਦੇ ਵਿੱਚ ਉਹ ਸ਼ਬਦ ਦਰਜ ਕੀਤੇ ਹਨ। ਦੋਨੋਂ ਮਹਿ ਵਿਰੋਧ ਲਖ ਪਾਏ, ਦੋਹਾਂ ਵਿੱਚ ਮਹਾਰਾਜ ਅਸੀਂ ਇਉਂ ਜਾਣਿਆ ਵੀ ਜਿਵੇਂ ਆਪਸ ਵਿੱਚ ਵਿਰੋਧ ਹੋ ਸ਼ਬਦ ਹੁੰਦਾ, ਵੀ ਇੱਕ 'ਚ ਹੋਰ ਗੱਲ ਕਹੀ ਹੈ, ਦੂਜੇ 'ਚ ਉਹਦੇ ਉਲਟ ਕਹਿ ਦਿੱਤੀ। ਇਉਂ ਵਿਰੋਧਾਭਾਸ ਸਾਨੂੰ ਜਾਣਿਆ ਲਖਿਆ ਸੀ। ਏਕ ਭਗਤ ਕੇ ਦੋ ਸੋ ਗਾਏ, ਹੈ ਇੱਕੋ ਹੀ ਭਗਤ ਦੇ ਦੋਵੇਂ ਸ਼ਬਦ ਗਾਇਨ ਕੀਤੇ। ਕਿਵੇਂ ਹੋ ਸਕਦਾ ਵੀ ਇੱਕ ਜਗ੍ਹਾ ਭਗਤ ਜੀ ਕੁਝ ਹੋਰ ਕਹਿਣ, ਦੂਜੀ ਜਗ੍ਹਾ ਉਸੇ ਗੱਲ ਨੂੰ ਕੁਝ ਹੋਰ ਕਹਿਣ ਉਲਟ। ਇੱਕੋ ਹੀ ਭਗਤ ਦੇ ਮਹਾਰਾਜ ਜੀ ਦੋਵੇਂ ਸ਼ਬਦ ਗਾਇਨ ਕੀਤੇ ਹਨ। ਉਹ ਫਿਰ ਸ਼ਬਦ ਦੱਸੇ। ਜਥਾ ਪਾਂਡੇ ਤੁਮਰਾ ਰਾਮਚੰਦ, ਸੋ ਭੀ ਆਵਤ ਦੇਖਿਆ ਥਾ। ਜੋ ਦੇਖੋ ਭਗਤ ਨਾਮਦੇਵ ਜੀ ਕਹਿੰਦੇ ਜੀ ਇੱਕ ਜਗ੍ਹਾ ਤਾਂ ਉਹ ਕਹਿੰਦੇ ਨੇ ਵੀ ਇਹ ਪੰਡਤੋ ਤੁਹਾਡਾ ਜਿਹੜਾ ਰਾਮਚੰਦਰ ਹੈ ਮੈਂ ਉਹ ਵੀ ਆਉਂਦਾ ਵੇਖ ਲਿਆ। ਰਾਵਨ ਸੇਤੀ ਸਰਵਰ ਹੋਈ, ਘਰ ਕੀ ਜੋਏ ਗਵਾਈ ਥੀ। ਜੋ ਰਾਵਣ ਦੇ ਨਾਲ ਦੇਖੋ ਜੰਗ ਹੋਇਆ, ਕਹਿੰਦੇ ਘਰ ਦੀ ਇਸਤਰੀ ਜਿਹੜੀ ਹੈ ਉਹ ਗਵਾ ਲਈ ਉਸਨੇ। ਤੇ ਦੂਜੇ ਸ਼ਬਦ ਵਿੱਚ ਉਹ ਇਹ ਗੱਲ ਕਹੀ ਜਾਂਦੇ ਹਨ, ਪੁਨਾ ਦਸ਼ਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ, ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਫਿਰ ਦੂਜੇ ਜੀ ਕਹਿੰਦੇ ਵੀ ਜੋ ਦਸ਼ਰਥ ਰਾਜੇ ਦਾ ਨੰਦ, ਦਸ਼ਰਥ ਰਾਜੇ ਦਾ ਪੁੱਤਰ, ਰਾਜਾ ਮੇਰਾ ਰਾਮਚੰਦ, ਜੋ ਰਾਜਾ ਸਰੂਪ ਮੇਰੇ ਰਾਮਚੰਦਰ ਜੀ, ਪ੍ਰਣਵੈ ਨਾਮਾ, ਮੈਂ ਤੇ ਉਹਨਾਂ ਨੂੰ ਬੇਨਤੀ ਕਰਦਾ। ਨਾਮਦੇਵ ਜੀ ਕਹਿੰਦੇ ਤਤ ਰਸ ਅੰਮ੍ਰਿਤ ਪੀਜੈ, ਮੇਰੀ ਤੇ ਸਾਰਿਆਂ ਨੂੰ ਪ੍ਰਣਾਮ ਹੈ। ਮੈਂ ਤੇ ਭਾਈ ਜੋ ਪਰਮੇਸ਼ਰ ਦਾ ਤਤ ਨਾਮ, ਤਤ ਰਸ ਅੰਮ੍ਰਿਤ ਰੂਪ ਹੈ ਉਹ ਪੀਂਦਾ ਹਾਂ। ਚੌਪਈ ਪ੍ਰਥਮ ਸ਼ਬਦ ਮੈਂ ਜਾਨੀ ਪਰੈ, ਕਹਿੰਦੇ ਮਹਾਰਾਜ ਜੀ ਵੀ ਜਿਹੜਾ ਤਾਂ ਪਹਿਲਾ ਸ਼ਬਦ ਹੈ ਪਾਂਡੇ ਤੁਮਰਾ ਰਾਮਚੰਦ, ਇਹ ਗੱਲ ਕਹੀ ਰਾਵਣ ਸੇਤੀ ਸਰਵਰ ਹੋਈ, ਘਰ ਕੀ ਜੋਏ ਗਵਾਈ ਥੀ। ਇਹ ਤਾਂ ਸ਼ਬਦ ਇਉਂ ਜਾਣਿਆ ਜਾਂਦਾ ਹੈ। ਤਰਕ ਈਸ ਅਵਤਾਰਨ ਕਰੈ, ਇਹਦੇ ਵਿੱਚ ਜਿਵੇਂ ਭਗਤ ਨਾਮਦੇਵ ਜੀ ਨੇ ਦੇਖੋ ਈਸ਼ਵਰ ਦੇ ਅਵਤਾਰਾਂ ਤੇ ਤਰਕ ਕੀਤੀ ਹੈ। ਦੁਤੀਓ ਮਹਿ ਮਹਿਮਾ ਅਵਤਾਰ, ਤੇ ਦੂਜੇ ਵਿੱਚ ਉਹ ਕਹਿੰਦੇ ਨੇ ਦਸ਼ਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ, ਤੇ ਦੂਜੇ ਵਿੱਚ ਉਹ ਅਵਤਾਰ ਦੀ ਮਹਿਮਾ ਕਰ ਰਹੇ ਨੇ। ਨਾਮਦੇਵ ਨੇ ਕੀਨ ਉਚਾਰ, ਇਹ ਦੇਖੋ ਮਹਾਰਾਜ ਭਗਤ ਨਾਮਦੇਵ ਜੀ ਨੇ ਉਚਾਰਨ ਕੀਤੇ। ਸੁਨ ਸ੍ਰੀ ਅਰਥ ਵਿਵਸਥਾ ਕੈਸੇ ਹੋਏ, ਹੁਣ ਇਹਨਾਂ ਦੀ ਅਰਥ ਵਿਵਸਥਾ ਮਹਾਰਾਜ ਕਿਵੇਂ ਹੋ ਸਕਦੀ ਹੈ ਵੀ ਇੱਕ ਦੇ ਅਰਥ ਕੁਝ ਹੋਰ ਬਣਦੇ ਆ, ਦੂਜੇ ਦੇ ਅਰਥ ਕੁਝ ਹੋਰ ਬਣਦੇ ਹਨ। ਹਮ ਕਿਮ ਸਮਝੈ ਹੈ ਉਚਰੋ ਸੋਏ, ਅਸੀਂ ਮਹਾਰਾਜ ਕਿਵੇਂ ਸਮਝੀਏ,
ਕਿਰਪਾ ਕਰਕੇ ਸਾਨੂੰ ਸਤਿਗੁਰੂ ਜੀ ਸਮਝਾਓ। ਸੁਨ ਸ੍ਰੀ ਅਰਜਨ ਬਾਕ ਉਚਾਰਾ। ਤਾਂ ਸੁਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਬਚਨ ਕਹੇ, ਨਿਰਗੁਣ ਸਰਗੁਣ ਦ્વੈ ਪਖ ਧਾਰਾ। ਮਹਾਰਾਜ ਕਹਿੰਦੇ ਭਾਈ ਗੁਰਮੁਖੋ, ਇਹਦੇ ਵਿੱਚ ਦੋ ਪੱਖ ਨੇ, ਦੋ ਪੱਖ ਧਾਰੇ ਜਾਂਦੇ, ਇੱਕ ਨਿਰਗੁਣ ਤੇ ਇੱਕ ਸਰਗੁਣ। ਨਿਰਗੁਣ ਤੇ ਸਰਗੁਣ ਦਾ ਭਾਵ ਕੀ ਹੁੰਦਾ? ਨਿਰਗੁਣ ਹੈ ਜਿਹੜਾ ਤ੍ਰੈ ਗੁਣਾਂ ਤੋਂ ਰਹਿਤ ਹੈ। ਸਰਗੁਣ ਜਿਹੜਾ ਤ੍ਰੈ ਗੁਣਾਂ ਦੇ ਵਿੱਚ ਵੀ ਵਰਤਦਾ ਹੈ, ਸਹਿਤ ਗੁਣ। ਇਹ ਨਿਰਗੁਣ ਸਰਗੁਣ ਦ્વੈ ਦੋ ਪੱਖ ਹਨ, ਦੋਨੋਂ ਕੀ ਉਪਾਸਨਾ ਨਿਆਰੀ। ਦੋਹਾਂ ਦੀ ਜਿਹੜੀ ਉਪਾਸਨਾ ਉਹ ਨਿਆਰੀ ਹੈ, ਵੱਖਰੀ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ, ਉਹਨਾਂ ਦੇ ਗੁਰੂ ਭਗਤ ਰਾਮਾਨੰਦ ਜੀ ਹੋਏ ਨੇ, ਤੇ ਭਗਤ ਰਾਮਾਨੰਦ ਜੀ ਨੇ ਉਹਨਾਂ ਨੂੰ ਸਰਗੁਣ ਦੀ ਉਪਾਸਨਾ ਜਿਹੜੀ ਹੈ ਉਹ ਦੱਸੀ। ਭਗਤ ਰਾਮਾਨੰਦ ਜੀ ਕਿਉਂਕਿ ਸਰਗੁਣ ਦੇ ਉਪਾਸਕ ਸੀ। ਉਹ ਜਿਵੇਂ ਗੱਲ ਸਾਂਝੀ ਇੱਕ ਵਾਰੀ ਕੀਤੀ, ਭਗਤ ਰਾਮਾਨੰਦ ਜੀ ਇਸ ਤਰ੍ਹਾਂ ਦੇ, ਹੁਣ ਇੰਨਾ ਗਿਆਨ ਹੋ ਗਿਆ। ਭਗਤ ਕਬੀਰ ਸਾਹਿਬ ਨੂੰ ਇੱਕ ਦਿਨ ਕੋਲ ਬੈਠੇ, ਉਹ ਅੰਤਰੀਵ ਦੀ ਜਾਣਨ ਲੱਗੇ। ਭਗਤ ਰਾਮਾਨੰਦ ਜੀ ਜਿਹੜੇ ਨੇ ਬ੍ਰਹਮ ਗਿਆਨੀ ਹੋਏ ਸੀ, ਉਹ ਸਰਗੁਣ ਉਪਾਸਕ। ਤੇ ਸਰਗੁਣ ਹੁੰਦਾ ਭਾਵ ਕਿਸੇ ਚਿੱਤਰ ਨੂੰ ਚਿੱਤਰ ਕੇ ਉਸ ਰੂਪ ਵਿੱਚ ਪੂਜਾ ਕਰਨੀ। ਉਹ ਸੁਰਤੀ ਵਿੱਚ ਚਿੱਤਰ ਬਣਾ ਲੈਂਦੇ ਸੀ, ਪਰ ਸੁਰਤੀ ਵਿੱਚ ਹੀ ਪਹਿਲਾਂ ਭਗਵਾਨ ਦਾ ਇਸ਼ਨਾਨ ਕਰਾਉਣਾ, ਫਿਰ ਵਸਤਰ ਪਹਿਨਾਉਣੇ, ਫਿਰ ਕੰਠੀ ਮਾਲਾ ਪਹਿਨਾਉਣੀ, ਫਿਰ ਮੁਕਟ ਪਹਿਨਾਉਣਾ, ਤੇ ਇਸ ਤਰ੍ਹਾਂ ਉਹ ਸੁਰਤੀ ਅੰਦਰ ਸਰਗੁਣ ਉਪਾਸਨਾ ਕਰਦੇ। ਇੱਕ ਵਾਰੀ ਉਹ ਸੁਰਤੀ ਵਿੱਚ ਹੀ ਪਹਿਨਾਈ ਗਏ, ਵਸਤਰ ਪਹਿਨਾਤੇ, ਤੇ ਮਾਲਾ ਪਹਿਨਾਉਣ ਤੋਂ ਪਹਿਲਾਂ ਮੁਕਟ ਪਹਿਨਾਤਾ ਸੁਰਤੀ 'ਚ। ਤੇ ਸੁਰਤੀ 'ਚ ਜਦੋਂ ਆ ਗਿਆ ਵੀ ਮੁਕਟ ਪਹਿਨਾਤਾ, ਮਾਲਾ ਰਹਿ ਗਈ, ਹੁਣ ਕਿਵੇਂ ਪਹਿਨਾਈਏ? ਜੇ ਮੁਕਟ ਉਤਾਰਦੇ ਆ ਇਹ ਤਾਂ ਗਲਤ ਹੈ, ਜਦੋਂ ਪਹਿਨਾਤਾ ਹੈ ਸਰਗੁਣ ਉਪਾਸਨਾ ਦੇ ਵਿੱਚ। ਤੇ ਉਹ ਬੈਠੇ ਸੋਚਾਂ ਵਿੱਚ ਨੇ, ਮੂਹਰੇ ਬੈਠੇ ਸੀ ਭਗਤ ਕਬੀਰ ਜੀ। ਦੇਖੋ ਅੰਦਰ ਦੀ ਗੱਲ ਨੂੰ ਕਿਰਪਾ ਕੱਢੀ ਹੋਈ, ਜਾਣਨ ਲੱਗੇ। ਕਹਿੰਦੇ ਗੁਰੂ ਜੀ ਵੀ ਇਸ ਚਿੰਤਾ ਵਿੱਚ ਕਿਉਂ ਹੋ? ਇਉਂ ਕਰੋ, ਮਾਲਾ ਦੀ ਕੁੰਡੀ ਖੋਲ ਕੇ ਪਹਿਨਾ ਦਿਓ। ਕੁੰਡੀ ਖੋਲੋ, ਪਹਿਨ ਗਲ ਚ ਪਾ ਕੇ ਫਿਰ ਕੱਸ ਦਿਓ। ਤੇ ਭਗਤ ਰਾਮਾਨੰਦ ਜੀ ਕਹਿਣ ਲੱਗੇ, ਤੂੰ ਕੌਣ ਹੈ? ਕਹਿੰਦਾ ਜੀ ਮੈਂ ਕਬੀਰ ਹਾਂ। ਤੈਨੂੰ ਗਿਆਨ ਕਿੱਥੋਂ ਹੋ ਗਿਆ? ਕਿਹੜਾ ਗੁਰੂ ਆ ਤੇਰਾ? ਕਹਿੰਦਾ ਜੀ ਤੁਸੀਂ ਹੋਈ ਹੋ। ਮੈਂ ਤੈਨੂੰ ਕਦੋਂ ਗਿਆਨ ਦਿੱਤਾ? ਮੈਂ ਤਾਂ ਤੈਨੂੰ ਗੁਰਮੰਤਰ ਨਹੀਂ ਦਿੱਤਾ ਹੈ, ਮੈਂ ਗੁਰੂ ਕਿਵੇਂ ਹੋ ਗਿਆ? ਕਹਿੰਦੇ ਜੀ ਤੁਸੀਂ ਦਿੱਤਾ। ਫਿਰ ਉਹ ਸਾਰੀ ਗੱਲ ਯਾਦ ਕਰਾਤੀ, ਕਿਉਂਕਿ ਵੇਦ ਰੀਤੀ ਦੇ ਮੁਤਾਬਕ ਤੇ ਭਗਤ ਕਬੀਰ ਜੀ ਨੂੰ ਦੇਣਾ ਹੀ ਨਹੀਂ ਸੀ ਗੁਰਮੰਤਰ। ਉਹਨਾਂ ਨੇ ਗੁਰੂ ਧਾਰਨ ਉਹ ਜੁਲਾਹੇ ਸੀ, ਵੇਦ ਰੀਤਾਂ ਨੂੰ ਵੈਦਿਕ ਮੱਤ ਸੀ, ਮੰਨਦੇ ਸੀ ਉਹ। ਕਹਿੰਦੇ ਜੀ ਤੁਸੀਂ ਜਦੋਂ ਸਵੇਰੇ ਇਸ਼ਨਾਨ ਗੰਗਾ ਤੇ ਕਰਨ ਜਾਂਦੇ, ਯਾਦ ਕਰੋ ਇਸ ਦਿਨ ਮੈਂ ਅੱਗੇ ਪੈ ਗਿਆ ਸੀ ਤੇ ਤੁਸੀਂ ਮੇਰੇ ਪੈਰ ਦੀ ਠੋਕਰ ਮਾਰ ਕੇ, ਕਿ ਕੋਈ ਪ੍ਰਾਣੀ ਅੰਮ੍ਰਿਤ ਵੇਲੇ ਸੁੱਤਾ ਪਿਆ, ਹਲੂਣ ਕੇ ਪੈਰ ਦੇ ਨਾਲ ਕਿਹਾ ਸੀ ਨਾ, ਉੱਠੋ ਰਾਮ ਕੇ ਰਾਮ ਕਹਿ, ਬਸ ਉਹ ਗੁਰਮੰਤਰ ਬਣ ਗਿਆ ਮੇਰਾ। ਇਸ ਤਰ੍ਹਾਂ ਫਿਰ ਭਗਤ ਕਬੀਰ ਸਾਹਿਬ ਵੀ ਸਰਗੁਣ ਦੇ ਉਪਾਸਕ ਹੋ ਗਏ। ਹੁਣ ਸਰਗੁਣ ਦੇ ਉਪਾਸਕ ਸਾਨੂੰ ਲਾਇਆ ਹੈ ਗੁਰੂ ਮਹਾਰਾਜ ਨੇ ਨਿਰਗੁਣ ਦੀ ਉਪਾਸਨਾ ਵੱਲ, ਕਿਉਂਕਿ ਅਕਾਲ ਪੁਰਖ ਨਿਰਗੁਣ ਹੈ। ਸਰਗੁਣ ਦੇ ਨਾਲ ਕੀ ਹੁੰਦਾ ਹੈ? ਕਿਸੇ ਆਕਾਰ ਰੂਪ ਦੇ ਵਿੱਚ ਪੂਜਾ ਕਰ ਲਈ ਤਾਂ ਫਿਰ ਉਹ ਆਕਾਰ ਜਿਹੜਾ ਹੈ ਉਹ ਅੰਦਰੋਂ ਦੂਰ ਨਹੀਂ ਹੁੰਦਾ, ਨਿਰਾਕਾਰ ਦਾ ਮਿਲਾਪ ਨਹੀਂ ਹੁੰਦਾ। ਫਿਰ ਜਿਹੜੀ ਗੱਲ ਰੁਕਾਵਟ ਬਣ ਜਾਂਦੀ ਹੈ, ਆਕਾਰ ਨਿਰਾਕਾਰ ਦਾ ਉਹ ਮਿਲਾਪ ਨਹੀਂ ਹੁੰਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਨਿਰਾਕਾਰ ਦਾ ਰੂਪ ਜਿਹੜਾ ਤੁਸੀਂ ਨਿਰਗੁਣ ਦੀ ਉਪਾਸਨਾ ਕਰਨੀ ਹੈ, ਨਿਰਾਕਾਰ ਦੀ। ਭਗਤ ਕਬੀਰ ਸਾਹਿਬ ਜੀ ਨੂੰ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮਿਲੇ ਨੇ ਨਾ, ਮੁਲਾਕਾਤ ਹੋਈ, ਵਿਚਾਰ ਚਰਚਾ ਹੋਈ। ਇਹ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਮਿਲਣ ਤੋਂ ਪਹਿਲਾਂ ਭਗਤ ਕਬੀਰ ਜੀ ਸਤਿਗੁਣ ਦੇ ਉਪਾਸਕ ਸਨ। ਗੁਰੂ ਨਾਨਕ ਦੇਵ ਮਹਾਰਾਜ ਤੋਂ ਫਿਰ ਉਪਦੇਸ਼ ਲਿਆ। ਸਤਿਗੁਰਾਂ ਨੇ ਭਗਤ ਕਬੀਰ ਜੀ ਨੂੰ ਵੀ ਉਪਦੇਸ਼ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ। ਇਸ ਕਰਕੇ ਬਾਣੀ ਵਿੱਚ ਆਉਂਦਾ ਨਾ, ਭੱਟਾਂ ਦੀ ਬਾਣੀ ਵਿੱਚ ਵੀ ਤੁਹਾਡੇ ਗੁਣ ਤੇ ਕਬੀਰ ਵੀ ਗਾਉਂਦਾ ਇਹ ਗੁਰੂ ਨਾਨਕ ਦੇ। ਗੁਣ ਗਾਵੇ ਕੰਬੀਰ ਭਗਤ ਜੈ ਦੇਵ ਤਰਲੋਚਨ,
ਨਾਮਾ ਭਗਤ ਉਚਰੈ। ਇਸ ਤਰ੍ਹਾਂ ਮੇਰੇ ਤੁਕ ਪੂਰੀ ਨਹੀਂ ਆ ਰਹੀ। ਚਲੋ ਕਹਿਣ ਦਾ ਭਾਵ ਜਿੰਨੇ ਭਗਤ ਨੇ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਂਦੇ ਆ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਜਸ ਕਿਸ ਰੂਪ ਵਿੱਚ ਗਾਉਂਦੇ ਆ? ਉਹ ਨਿਰਗੁਣ ਰੂਪ ਦੇ ਵਿੱਚ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨਿਰਗੁਣ ਸਰੂਪ ਨੇ। ਅਸਲ ਸਰਗੁਣ ਤਾਂ ਉਹਨਾਂ ਨੇ ਭਲੇ ਲਈ ਧਾਰਨ ਕੀਤਾ, ਅਕਾਲ ਪੁਰਖ ਨੇ ਨਾ, ਤੇ ਭਗਤ ਅਕਾਲ ਪੁਰਖ ਦੇ ਹੀ ਗੁਣ ਗਾਉਂਦੇ ਆ। ਭਗਤ ਕਬੀਰ ਸਾਹਿਬ ਜੀ ਨੇ ਫਿਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਨਿਰਗੁਣ ਉਪਾਸਨਾ ਦੇ ਵਿੱਚ ਲੱਗਣ ਸਮੇਂ ਆਪਣਾ ਸਤਿਗੁਰੂ ਧਾਰਨ ਕੀਤਾ। ਉੱਥੇ ਫਿਰ ਸ਼ਬਦ ਉਚਾਰਨ ਕੀਤੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਾ ਪਰਾ ਕਰੇਜੇ ਛੇਕ। ਇਹ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਵਿੱਚ ਭਗਤ ਕਬੀਰ ਸਾਹਿਬ ਜੀ ਨੇ। ਕਹਿਣ ਦਾ ਭਾਵ ਹੈ ਕਿ ਨਿਰਗੁਣ ਸਰਗੁਣ ਦੀ ਉਪਾਸਨਾ ਸਮੇਂ ਜਦੋਂ ਪਹਿਲਾਂ ਗੁਰੂ ਧਾਰਨ ਕੀਤੇ ਭਗਤ ਰਾਮਾਨੰਦ ਜੀ, ਨਿਰਗੁਣ ਉਪਾਸਨਾ ਦੇ ਵਿੱਚ ਭਗਤ ਕਬੀਰ ਜੀ ਦੇ ਗੁਰੂ ਨੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਤੇ ਫਿਰ ਜਿੰਨੀ ਬਾਣੀ ਉਹ ਨਿਰਗੁਣ ਉਪਾਸਨਾ ਦੀ ਉਚਾਰਨ ਕੀਤੀ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੰਨਾ ਉਪਦੇਸ਼ ਦਿੱਤਾ, ਤੁਸੀਂ ਇਹ ਵੇਖੋ, ਉਹ ਰਲਦੀ ਮਿਲਦੀ ਬਹੁਤ ਬਾਣੀ, ਜਿਵੇਂ ਪੱਟੀ ਹੈ ਭਗਤ ਕਬੀਰ ਸਾਹਿਬ ਜੀ ਨੇ ਵੀ ਉਸੇ ਤਰ੍ਹਾਂ ਲਿਖੀ ਸਾਰੀ, ਊੜੇ ਆੜੇ। ਤੇ ਉਹਦਾ ਭਾਵ ਹੈ ਕਿ ਉਹ ਫਿਰ ਉਪਦੇਸ਼ ਦਾ ਅਸਰ ਹੁੰਦਾ ਹੈ ਨਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਪਦੇਸ਼ ਦਾ ਅਸਰ ਉਸੇ ਰੂਪ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਫਿਰ ਨਿਰਗੁਣ ਉਪਾਸਨਾ ਦੇ ਵਿੱਚ ਬਾਣੀ ਉਚਾਰਨ ਕੀਤੀ। ਤੇ ਉਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਜਦੋਂ ਇਹ ਭਗਤ ਜਨ ਜਿਹੜੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਈ, ਜਿਹੜੇ ਨਿਰਗੁਣ ਦੀ ਉਪਾਸਨਾ ਵਿੱਚ ਜੁੜੇ, ਤੇ ਨਾਲ ਜਿਵੇਂ ਹੁਣ ਇੱਥੇ ਆ ਗਈ ਗੱਲ ਭਗਤ ਨਾਮਦੇਵ ਜੀ ਦੀ, ਕਿ ਦੋਵੇਂ ਸ਼ਬਦ ਭਗਤ ਨਾਮਦੇਵ ਜੀ ਵੀ ਇਸੇ ਤਰ੍ਹਾਂ ਪਹਿਲਾਂ ਸਰਗੁਣ ਦੇ ਉਪਾਸਕ ਸੀ, ਫਿਰ ਨਿਰਗੁਣ ਦੇ ਉਪਾਸਕ ਹੋਏ। ਉਹ ਦੋਨੇ ਪੱਖ ਗੁਰਬਾਣੀ ਵਿੱਚ ਮਹਾਰਾਜ ਨੇ ਦਰਜ ਕੀਤੇ ਵੀ ਜਦੋਂ ਸਰਗੁਣ ਉਪਾਸਨਾ ਵਿੱਚ ਸੀ ਉਦੋਂ ਕੀ ਕਹਿੰਦੇ ਸੀ, ਜਦੋਂ ਨਿਰਗੁਣ ਦੀ ਉਪਾਸਨਾ ਵਿੱਚ ਆ ਗਏ ਉਦੋਂ ਉਹ ਕੀ ਕਹਿੰਦੇ ਹਨ। ਤੋ ਇਹ ਉੱਥੇ ਗੱਲ ਆ ਮਹਾਰਾਜ ਦੱਸ ਰਹੇ ਹਨ। ਤੇ ਉਹ ਇਹ ਗੱਲ ਕਹੀ ਵੀ ਪਾਂਡੇ ਤੁਮਰਾ ਰਾਮਚੰਦ ਸੋ ਭੀ ਆਵਤ ਦੇਖਿਆ ਥਾ, ਰਾਵਨ ਸੇਤੀ ਸਰਵਰ ਹੋਈ ਘਰ ਕੀ ਜੋਏ ਗਵਾਈ ਥੀ। ਹੁੰਦਾ ਹੈ ਨਾ ਇਹ ਸਾਰਾ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਇਹ ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤ। ਤੋ ਰਹੋ ਵਿਚਾਰ। ਫਿਰ ਇਹ ਸ਼ਬਦ ਦਸਰਤ ਰਾਏ ਨੰਦ ਰਾਜਾ ਮੇਰਾ ਰਾਮਚੰਦ, ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਇਹ ਉਪਦੇਸ਼ ਗੁਰੂ ਸਾਹਿਬ ਜੀ ਨੇ ਉਹਨਾਂ ਜਿਹੜੇ ਕਿ ਭਾਈ ਵਿਸਾ, ਭਾਈ ਗੋਪੀ, ਭਾਈ ਤੁਲਸੀਆ, ਇਹ ਗੁਰਮੁਖੋ ਵੱਡੇ ਜਿਹੜੇ ਹਨ ਪਿਆਰੀ ਵਿਪਰ ਸਨ, ਭਾਈ ਗੋਇੰਦਾ ਘਈ, ਭਾਈ ਜਿਹੜਾ ਹੋਰ ਸਾਰੇ, ਇਹਨਾਂ ਨੇ ਆ ਕੇ ਸਵਾਲ ਇਹ ਕੀਤਾ ਸੀ ਮਹਾਰਾਜ ਨੂੰ, ਤੇ ਸਤਿਗੁਰਾਂ ਨੇ ਇਹਨਾਂ ਦਾ ਸੰਸਾ ਨਿਵਰਤ ਕੀਤਾ। ਇਹ ਆਪਾਂ ਗੱਲ ਕੱਲ ਨੂੰ ਕਰਾਂਗੇ ਹੋਰ ਚੰਗੀ ਤਰ੍ਹਾਂ। ਹੁਣ ਅੱਜ ਕਾਫੀ ਨਿਰਗੁਣ ਸਰਗੁਣ ਤੇ ਤਾਂ ਗੱਲ ਤੁਸੀਂ ਸਮਝ ਗਏ। ਕਿਤੇ ਕਿਤੇ ਕਥਾ ਵਿੱਚ ਐਸੀਆਂ ਭਾਵ ਅੰਤਰੀਬ ਬਹੁਤ ਆ ਜਾਂਦੇ, ਜਿਵੇਂ ਅੱਜ ਦੀ ਕਥਾ ਵਿੱਚ ਜਿਹੜਾ ਹੈ ਲੜੀ ਇਤਿਹਾਸ ਦੇ ਨਾਲ ਨਾਲ ਅੰਤਰੀਬ ਭਾਵ ਬਹੁਤੇ ਆਏ। ਇਹ ਗੱਲ ਦਾ ਵੀ ਦੇਖੋ, ਇਤਿਹਾਸ ਵਿੱਚੋਂ ਆਤਮਿਕ ਗਿਆਨ ਵੀ ਬਹੁਤ ਵੱਡਾ ਮਿਲਦਾ ਹੈ। ਇਤਿਹਾਸਕ ਵਿੱਚੋਂ ਇਹ ਨਹੀਂ ਕਿ ਇਕੱਲਾ ਆਪਾਂ ਨੂੰ ਸਾਖੀਆਂ ਚੇਤੇ ਹੋ ਗਈਆਂ, ਇਹਦੇ ਵਿੱਚੋਂ ਆਤਮਿਕ ਗਿਆਨ ਕਿੱਡਾ ਮਿਲ ਜਾਂਦਾ ਜਦੋਂ ਅਸੀਂ ਕਥਾ ਸਰਵਣ ਕਰਦੇ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਸਿੱਖਿਆ ਦਿੱਤੀ ਹੈ, ਆਪਾਂ ਕੱਲ ਨੂੰ ਇਹ 37ਵੇਂ ਘਰ ਦੇ ਪ੍ਰਸੰਗ ਤੋਂ ਹੀ ਸ਼ੁਰੂਆਤ ਕਰਾਂਗੇ। ਹੁਣ ਟਾਈਮ ਹੋ ਗਿਆ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।